जग महल चानन कर्म वसै मन आए, दीवा बड़े अंधेरा जाए, त्यों वेद पाठ पापा मत खाए, भूले मार्ग जिन्हें बताया, ऐसा गुर वड भागी पाया। जैसा सतगुर सुनींदा, तैसो ही मैं लीठ, विछड़िया मेले प्रभु हर दरगाह का वसीठ। हर नामो मंत्र दिड़ाएदा, कटे हों मैं रोग, नानक सतगुर तिना मिलाया। जिन धुरे पया संजोग, होवै सिफत खसम दी, नूर अरशों पुरशों चटिया। तुद डिठे सच्चे पातशाह, मल जन्म जन्म दी कटिया। सतनाम वाहिगुरु साहिब जीओ, बाबा आया तीरथ, तीरथ पुरब सबे फिर देखै। पूरब धर्म बहु कर्म कर, भाव भगत बिन किते ना लेखै। भाव न ब्रह्म लिखिया, चार वेद सिमरत पढ़ पेखै। कुंडी सगली पृथ्वी, सतयुग आद द्वापर त्रेता। कलयुग धुंधुकार है, परम पुल्हाई बहुविध पेखै। पेखी प्रभु न पाइयै, आप गवाए रूप ना रेखै। गुरमुख वरन अवरन होए, निव चलना गुर सिख विसेखै। तां किछ काल पवै दर लेखै। गुरमुख वरन अवरन होए, निव चलना गुर सिख विसेखै। तां किछ काल पवै दर लेखै। वाहिगुरु जी का खालसा, वाहिगुरु जी की फतेह। सतगुरु गरीब नवाज
ਅਕਾਲ ਮੂਰਤ ਸ਼ਬਦ ਸਰੂਪ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸ਼ੋਭਾਇਮਾਨ ਸਤਿਕਾਰਯੋਗ ਸਨਮਾਨਯੋਗ ਸਤ ਸੰਗੀ ਜਨੋ, ਆਪ ਜੀ ਬੜੇ ਪਿਆਰ ਸ਼ਰਧਾ ਸਹਿਤ ਹਜ਼ੂਰ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰਾਂ ਦੀ ਬਖਸ਼ਿਸ਼ ਪ੍ਰਾਪਤ ਕਰ ਰਹੇ ਹੋ। ਭਾਈ ਸਾਹਿਬ ਭਾਈ ਗੁਰਦਾਸ ਜਿਹੜੇ ਕਿ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮਕਾਲੀ ਸਿੱਖ ਹੋਏ, ਯਾਨੀ ਕਿ ਉਸ ਵਕਤ ਉਹਨਾਂ ਨੇ ਗੁਰਸਿੱਖੀ ਦੇ ਵਿੱਚ ਇੱਕ ਬੜੀ ਵੱਡੀ ਘਾਲਣਾ ਸੇਵਾ ਕੀਤੀ, ਕਿਉਂਕਿ ਉਹਨਾਂ ਨੇ ਉਸ ਵਕਤ ਸਿੱਖ ਹੁੰਦਿਆਂ ਦੂਜੇ ਧਰਮਾਂ ਦੀ ਵੀ ਸਟੱਡੀ ਕੀਤੀ। ਹਿੰਦੁਸਤਾਨ ਦੇ ਉਹਨਾਂ ਧਰਮਾਂ ਬਾਰੇ ਉਹਨਾਂ ਨੇ ਪੜ੍ਹਿਆ ਜਿਨ੍ਹਾਂ ਨੂੰ ਆਪਾਂ 4 ਵੇਦ ਕਹਿੰਦੇ ਹਾਂ, 27 ਸਿਮਰਤੀਆਂ ਕਹਿੰਦੇ ਹਾਂ, ਔਰ ਫਿਰ ਉਹਨਾਂ ਸਾਰੀਆਂ ਨੂੰ ਸਮਝ ਕੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਪਦੇਸ਼ ਸਾਹਮਣੇ ਰੱਖ ਕੇ ਨਿਤਾਰਾ ਕੀਤਾ। ਇਹ ਸਭ ਤੋਂ ਔਖੀ ਗੱਲ ਹੈ, ਕਿਉਂਕਿ ਧਾਰਮਿਕ ਜਗਤ ਵਿੱਚ ਲੋਕਾਂ ਨੂੰ ਇਕੱਠੇ ਕਰਨਾ ਕਠਿਨ ਨਹੀਂ ਹੈ। ਉਹਨਾਂ ਨੂੰ ਇਕੱਠੇ ਕਰਕੇ ਰਾਹ ਤੇ ਤੋਰਨਾ ਬਹੁਤ ਕਠਿਨ ਹੈ, ਬੜਾ ਔਖਾ ਹੈ, ਕਿਉਂਕਿ ਸਾਰੇ ਰਸਤੇ ਸੌਖੇ ਹਨ। ਪਰਮਾਤਮਾ ਦਾ ਮਾਰਗ ਸੂਖਸ਼ਮ ਹੈ, ਨਾ ਦਿਸਣ ਵਾਲਾ ਹੈ। ਜਿਵੇਂ ਕਿ ਅੱਜ ਦੀ ਪੌੜੀ ਵਿੱਚ ਉਸ ਵੇਲੇ ਦੇ ਤੀਰਥਾਂ ਦੀ ਵਿਆਖਿਆ ਹੈ, ਉਸ ਵੇਲੇ ਦੇ ਧਰਮਾਂ ਦੀ ਗੱਲ ਹੈ, ਜਿੱਥੇ ਉਸ ਵਕਤ ਦੇ ਜਿਹੜੇ ਤੀਰਥ ਸਨ ਉੱਥੇ ਪਖੰਡ ਚੱਲਦਾ ਸੀ। ਭਾਈ ਸਾਹਿਬ ਜਿੱਥੇ ਉਧਰ ਇਸ਼ਾਰਾ ਕਰ ਰਹੇ ਨੇ, ਉਹਦੇ ਨਾਲ ਨਾਲ ਸਾਨੂੰ ਵੀ ਸੁਚੇਤ ਕਰਦੇ ਨੇ, ਕਿਉਂਕਿ ਜਿਉਂ-ਜਿਉਂ ਕਿਸੇ ਕੌਮ ਦੀ ਉਮਰ ਵੱਧਦੀ ਹੈ ਤਿਉਂ-ਤਿਉਂ ਉਹਦੇ ਵਿੱਚ ਭਰਮ ਭੁਲੇਖੇ ਪਖੰਡ ਸਹਿਜੇ ਸਹਿਜੇ ਵਧਣੇ ਸ਼ੁਰੂ ਹੋ ਜਾਂਦੇ। ਜਿਵੇਂ ਮੈਂ ਬੇਨਤੀ ਕਰਾਂ, ਇੱਕ ਰੁੱਖ ਜਦੋਂ ਉੱਗਦਾ ਹੈ ਉਹਨੂੰ ਛਾਂਗਣ ਦੀ ਲੋੜ ਨਹੀਂ ਹੈ, ਅਜੇ ਉਹਦੇ ਪੱਤੇ ਘੱਟ ਨੇ। ਜਿਉਂ-ਜਿਉਂ ਉਹ ਵਧੇਗਾ, ਜਿਉਂ-ਜਿਉਂ ਵੱਡਾ ਹੋਏਗਾ ਤੇ ਉਹਦੇ ਮਾਲੀ ਨੂੰ ਇਹ ਧਿਆਨ ਰੱਖਣਾ ਪੈਂਦਾ ਕਿ ਇਹਦੇ ਵਿੱਚ ਕੁਝ ਐਸੀਆਂ ਟਹਿਣੀਆਂ ਨੇ ਜਿਨ੍ਹਾਂ ਨੂੰ ਕੀੜਾ ਲੱਗ ਗਿਆ, ਜੇ ਉਹਨਾਂ ਨੂੰ ਕੱਟ ਕੇ ਬਾਹਰ ਨਾ ਸਿੱਟਿਆ ਗਿਆ ਤੇ ਬਾਕੀ ਦੇ ਬੂਟੇ ਨੂੰ ਤਬਾਹ ਕਰ ਦੇਣਗੇ। ਇਸੇ ਤਰ੍ਹਾਂ ਜਦੋਂ ਕੋਈ ਕੌਮ ਪੈਦਾ ਹੁੰਦੀ ਹੈ ਉਸ ਵਕਤ ਉਹ ਤੰਦਰੁਸਤ ਹੈ, ਪਖੰਡ ਰਹਿਤ ਹੁੰਦੀ ਹੈ। ਜਿਵੇਂ ਝਰਨਾ ਪਹਾੜ ਵਿੱਚੋਂ ਨਿਕਲਦਾ ਬਿਲਕੁਲ ਸਾਫ਼, ਕਿਉਂਕਿ ਹੁਣੇ ਨਿਕਲਿਆ, ਉੱਥੇ ਮੈਲ ਨਹੀਂ, ਮਿੱਟੀ ਨਹੀਂ, ਕਿਸੇ ਨੇ ਵਰਤਿਆ ਨਹੀਂ ਹੁੰਦਾ। ਜਿਉਂ-ਜਿਉਂ ਝਰਨਾ ਸ਼ਹਿਰਾਂ ਵਿੱਚੋਂ ਸਫ਼ਰ ਕਰਦਾ ਨਦੀ ਦਾ ਰੂਪ ਧਾਰਦਾ ਹੈ, ਲੋਕਾਂ ਨਾਲ ਸੰਪਰਕ ਕਰਦਾ ਤੇ ਸੰਭਾਵਨਾ ਹੈ ਕਿ ਉਹ ਨਦੀ, ਉਹ ਝਰਨਾ ਜ਼ਰੂਰ ਮੈਲਾ ਹੋਵੇਗਾ। ਉਹਦਾ ਫਿਰ ਉਪਰਾਲਾ ਕਰਨਾ ਪੈਂਦਾ। ਇਸੇ ਤਰ੍ਹਾਂ ਹਰ ਇੱਕ ਧਰਮ ਦੇ ਵਿੱਚ ਸਮਾਂ ਪਾ ਕੇ ਕੁਝ ਇਸ ਤਰ੍ਹਾਂ ਦੀਆਂ ਕਿਰਿਆਵਾਂ ਵੱਧ ਜਾਂਦੀਆਂ ਨੇ, ਅਸਲੀ ਜਿਹੜਾ ਕਾਰਜ ਸੀ ਧਰਮ ਦਾ ਉਹ ਪਾਸੇ ਰਹਿ ਜਾਂਦਾ ਹੈ ਤੇ ਸਿਰਫ ਬਾਹਰਲਾ ਹਿੱਸਾ ਉੱਥੇ ਬਚਦਾ ਹੈ। ਤੇ ਉਹ ਧਰਮ ਤਕਰੀਬਨ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਜਿਵੇਂ ਇੱਕ ਬੰਦੇ ਦਾ ਸਰੀਰ ਤਾਂ ਹੈ, ਅੰਗ ਪੂਰੇ ਨੇ, ਪਰ ਸਰੀਰ ਦੇ ਅੰਦਰਲੀ ਸ਼ਕਤੀ ਘਟ ਗਈ, ਉਹ ਆਦਮੀ ਬਿਮਾਰ ਮੰਜੇ ਤੇ ਪਿਆ। ਬਹੁਤੇ ਧਰਮ ਨੇ ਅੱਜ ਧਰਤੀ ਤੇ
ਜਿਹੜੇ ਮੰਜੇ ਤੇ ਜਿਉਂਦੇ ਹੈ, ਕੋਈ ਸ਼ੱਕ ਨਹੀਂ। ਉਹਨਾਂ ਦੇ ਧਾਰਮਿਕ ਥਾਂ ਨੇ, ਉਹਨਾਂ ਦੀਆਂ ਰਵਾਇਤਾਂ ਨੇ, ਉਹਨਾਂ ਦੇ ਧਾਰਮਿਕ ਕੇਂਦਰ ਨੇ, ਉਹਨਾਂ ਕੋਲ ਕਈ ਪ੍ਰਕਾਰ ਦੇ ਗ੍ਰੰਥ ਨੇ, ਕਈ ਪ੍ਰਕਾਰ ਦੇ ਉਦਾਹਰਣ ਨੇ, ਉਹਨਾਂ ਦੇ ਵਿਆਖਿਆਕਾਰ ਨੇ, ਉਹਨਾਂ ਦੇ ਸਮਝਾਉਣ ਵਾਲੇ ਨੇ, ਸਾਰਾ ਕੁਝ ਹੈ। ਪਰ ਉਹਨਾਂ ਧਰਮਾਂ ਦੀ ਹਾਲਾਤ ਇਸ ਤਰ੍ਹਾਂ ਬਣ ਗਈ ਜਿਵੇਂ ਇੱਕ ਬੰਦਾ ਵੈਸੇ ਸੰਪੂਰਨ ਹੈ। ਹੁਣ ਇੱਕ ਬੰਦਾ ਬਿਮਾਰ ਪਵੇ ਇਹ ਤੇ ਨਹੀਂ ਵੀ ਉਹਦੀ ਹੱਥ ਨਹੀਂ, ਉਹਦਾ ਪੈਰ ਨਹੀਂ, ਉਹਦੀਆਂ ਉਂਗਲਾਂ ਨਹੀਂ, ਅੰਗ ਪੂਰੇ ਨੇ, ਅੰਗ ਪੂਰੇ ਨੇ, ਪਰ ਡਾਕਟਰ ਕਹਿ ਦਿੰਦਾ ਤੇ ਸਰੀਰ ਦਾ ਜਿਹੜਾ ਬਲੱਡ ਹੈ ਉਹ ਡਾਊਨ ਹੋ ਗਿਆ, ਉਹਦੇ ਵਿੱਚ ਕਮੀ ਆ ਗਈ, ਸਰੀਰ ਕੰਮ ਨਹੀਂ ਕਰਦਾ। ਇਹ ਖਤਰਾ ਸਾਰੇ ਧਰਮਾਂ ਵਿੱਚ ਰਿਹਾ ਹੈ। ਔਰ ਇਸ ਖਤਰੇ ਤੋਂ ਬਚਣ ਦੇ ਜਿੱਦਣ ਸਿੱਖ ਪੰਥ ਸਾਜਿਆ, ਸਤਿਗੁਰੂ ਨੇ ਬੜੀ ਹੀ ਸੋਚ ਸਮਝ ਵਰਤੀ। ਜਿਵੇਂ ਇੱਕ ਆਦਮੀ ਸਰੀਰਕ ਤੌਰ ਤੇ ਪੂਰਾ ਹੈ ਪਰ ਬਿਮਾਰ ਹੋਣ ਕਰਕੇ ਮੰਜੇ ਤੇ ਪਿਆ ਹੈ, ਉਹ ਧਰਮ ਵੀ ਮੰਜੇ ਤੇ ਪੈ ਜਾਂਦੇ ਨੇ, ਜਿਨ੍ਹਾਂ ਦੇ ਵਿੱਚੋਂ ਪਰਮਾਤਮਾ ਦੀ ਬੰਦਗੀ ਘਟ ਜਾਂਦੀ ਹੈ, ਪਰਮਾਤਮਾ ਦੀ ਯਾਦ ਤੇ ਗੁਣ ਖਤਮ ਹੋ ਜਾਂਦੇ ਨੇ, ਕੇਵਲ ਬਾਹਰਲਾ ਹਿੱਸਾ ਬਚਦਾ ਹੈ। ਸਹਿਜੇ ਸਹਿਜੇ ਉਹ ਧਰਮ ਮੰਜੇ ਤੇ ਪੈ ਜਾਂਦੇ, ਉਹਨਾਂ ਦੇ ਕੋਲ ਬਚਦਾ ਕੁਝ ਨਹੀਂ, ਸਗੋਂ ਬੋਝ ਬਣ ਗਿਆ, ਸਗੋਂ ਰੁਕਾਵਟ ਬਣ ਗਈ। ਸਤਿਗੁਰੂ ਅੱਜ ਭਾਈ ਸਾਹਿਬ ਭਾਈ ਗੁਰਦਾਸ ਜੀ ਜਦੋਂ ਬਾਬਾ ਜੀ ਉਦਾਸੀਆਂ ਤੇ ਤੁਰੇ ਗੁਰੂ ਨਾਨਕ ਸਾਹਿਬ, ਉਸ ਵਕਤ ਜਿੱਥੇ ਜਿੱਥੇ ਤੀਰਥਾਂ ਤੇ ਗਏ, ਜਿੱਥੇ ਮੇਲੇ ਲੱਗਦੇ ਸਨ, ਲੋਕ ਇਕੱਠੇ ਹੁੰਦੇ ਸਨ, ਤੇ ਸਤਿਗੁਰਾਂ ਨੇ ਸਿਰਫ ਜਾ ਕੇ ਇੱਕੋ ਹੀ ਸਵਾਲ ਕੀਤਾ ਸੀ ਕਿ ਭਾਈ ਜਿਹੜਾ ਕੰਮ ਕਰ ਰਹੇ ਹੋ ਇਹਦਾ ਕੋਈ ਮਿਸ਼ਨ ਹੈ, ਇਹਦਾ ਕੋਈ ਪ੍ਰਯੋਜਨ ਹੈ? ਅੱਗੋਂ ਜਵਾਬ ਕੋਈ ਨਹੀਂ ਮਿਲਿਆ। ਭਾਈ ਸਾਹਿਬ ਕਹਿੰਦੇ ਬਾਬਾ ਆਇਆ ਤੀਰਥ ਹੈ, ਗੁਰੂ ਨਾਨਕ ਸਾਹਿਬ ਜੀ ਤੀਰਥਾਂ ਤੇ ਗਏ, ਉੱਥੇ ਕੀ ਸੀ? ਤੀਰਥ ਪੁਰਬ ਸਭੇ ਫਿਰ ਦੇਖੈ, ਸਾਰੇ ਤੀਰਥਾਂ ਤੇ ਫਿਰ ਕੇ ਵੇਖਿਆ, ਤੇ ਉੱਥੇ ਗਏ ਜਿੱਥੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੁੰਦੇ ਸੀ। ਇਹ ਤਰੀਕਾ ਸੀ ਉਹਨਾਂ ਦਾ। ਪਰ ਉੱਥੇ ਜਾ ਕੇ ਸਤਿਗੁਰੂ ਨੇ ਲੋਕਾਂ ਨੂੰ ਪੁੱਛਿਆ, ਭਾਈ ਇਕੱਠੇ ਹੋ ਕੇ ਆ ਗਏ, ਤੁਹਾਡੇ ਪੈਗੰਬਰ ਨੇ ਜਿਹੜਾ ਉਪਦੇਸ਼ ਦਿੱਤਾ ਸੀ, ਜਦੋਂ ਇੱਥੋਂ ਜਾਓਗੇ, ਘਰ ਵਿੱਚ ਵਿਚਰੋਗੇ, ਜਦੋਂ ਸਮਾਜ ਵਿੱਚ ਬਾਜ਼ਾਰ ਵਿੱਚ ਜਾਓਗੇ, ਉੱਥੇ ਜਾ ਕੇ ਕੀ ਇਹਨਾਂ ਵਿੱਚੋਂ ਤੁਹਾਡੇ ਪੱਲੇ ਉਪਦੇਸ਼ ਹੈ, ਜਾਂ ਇੱਥੇ ਸਿਰਫ ਖਿਡੌਣੇ ਖਰੀਦ ਕੇ, ਭੰਡਾਰੇ ਲਾ ਕੇ, ਭੰਡਾਰੇ ਖਾ ਕੇ, ਸਿਰਫ ਤੇ ਸਿਰਫ ਬਾਹਰਲੇ ਮਾਰ ਪੁਕਾਰੇ ਕਰਕੇ ਤੇ ਵਾਪਸ ਮੁੜ ਜਾਓਗੇ, ਜਾਂ ਤੁਹਾਡੇ ਅੰਦਰ ਰੱਬ ਦੀ ਯਾਦ ਵੀ ਟਿਕੇਗੀ? ਜਵਾਬ ਨਹੀਂ ਸੀ। ਸਤਿਗੁਰੂ ਇੱਕ ਥਾਂ ਤੇ ਪਹੁੰਚਦੇ ਨੇ, ਕੀ ਵੇਖਿਆ ਕਿ ਲੋਕ ਇੱਕ ਨਦੀ ਵਿੱਚ ਖੜੇ ਹੋ ਕੇ ਇਸ਼ਨਾਨ ਕਰਨ ਤੋਂ ਪਹਿਲਾਂ ਆਪਣੇ ਹੱਥਾਂ ਵਿੱਚ ਪਾਣੀ ਭਰ ਕੇ ਸੂਰਜ ਵੱਲ ਵਗਾਉਂਦੇ ਨੇ, ਸੂਰਜ ਵੱਲ ਸਿੱਟੀ ਜਾਂਦੇ ਨੇ। ਸਤਿਗੁਰੂ ਬਾਹਰ ਖਲੋ ਕੇ ਵੇਖਦੇ ਨੇ। ਬਾਬਾ ਜੀ ਦਾ ਜਿਹੜਾ ਤਰੀਕਾ ਸੀ ਬਹੁਤ ਵਿਗਿਆਨਕ, ਬਿਨਾਂ ਕਿਸੇ ਸਾਧਨ ਤੋਂ। ਹੁਣ ਤਾਂ ਹਜ਼ਾਰਾਂ ਤਰ੍ਹਾਂ ਦੇ ਮਾਈਕ ਲੱਗੇ ਨੇ, ਸਾਧਨ ਨੇ, ਤਰੀਕੇ ਨੇ, ਲੋਕ ਪਤਾ ਵੀ ਕੌਣ ਆਇਆ, ਕਿਹਨੂੰ ਸੁਣਨਾ। ਪਰ ਇੱਕ ਮੇਲੇ ਵਿੱਚ ਆਪਣੀ ਜਾ ਕੇ ਗੱਲ ਕਹਿਣੀ ਤੇ ਬਖੂਬੀ ਕਹਿ ਦੇਣੀ, ਜਿੱਥੇ ਉਹਨਾਂ ਵਿੱਚ ਅਧਿਆਤਮਕ ਸੱਤਿਆ ਸੀ, ਪਰਮਾਤਮਾ ਦੀ ਬਰਕਤ ਸੀ, ਉੱਥੇ ਸਤਿਗੁਰਾਂ ਕੋਲ ਤਰੀਕੇ ਵੀ ਬਹੁਤ ਵੱਡੇ ਸੀ। ਜਦੋਂ ਗਏ ਨਾ ਹਰਿਦੁਆਰ, ਤੇ ਭਾਈ ਮਰਦਾਨਾ ਜੀ ਨਾਲ ਕਿਨਾਰੇ ਤੇ ਖਲੋ ਗਏ, ਲੋਕ ਨਦੀ ਵਿੱਚ ਖੜੇ ਨੇ, ਪਾਣੀ ਸਿੱਟੀ ਜਾਂਦੇ ਨੇ। ਤੇ ਜਿਹੜਾ ਮਰਦਾਨਾ ਹੈ ਨਾ, ਜਦੋਂ ਕੁਝ ਵਰਤਣਾ ਹੁੰਦਾ ਸੀ ਉਹਨੂੰ ਅੱਧਾ ਘੰਟਾ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ। ਉੱਥੇ ਕਿਸੇ ਨੇ ਬੜੇ ਸੋਹਣੇ ਢੰਗ ਨਾਲ ਲਿਖਿਆ, ਕਹਿੰਦੇ ਮਰਦਾਨਾ, ਕਿਉਂਕਿ ਬ੍ਰਾਹਮਣ ਬੈਠੇ ਸਾਨੂੰ ਦਾਲ ਲੈਂਦੇ ਸਨ, ਮਰਦਾਨਾ ਕਹਿੰਦਾ ਮਹਾਰਾਜ ਅੱਜ ਕਿਹਦੇ ਢਿੱਡ ਤੇ ਲੱਤ ਮਾਰਨੀ ਨੇ? ਇਹ ਉਹਨਾਂ ਦੀ, ਕਿਉਂਕਿ ਉਹਦਾ ਜਿਹੜਾ ਸੁਭਾਅ ਸੀ ਨਾ, ਥੋੜਾ ਜਿਹਾ ਹਾਸੇ ਵਾਲਾ, ਮਖੌਲ ਵਾਲਾ ਸੀ। ਜਿੱਥੇ ਵੀ ਮਰਦਾਨਾ ਬੋਲਦਾ ਉਹਦੀ ਗੱਲ ਵਿੱਚ ਕੋਈ ਨਾ ਕੋਈ ਵਿਅੰਗ ਹੈ। ਉਹਨੇ ਕਿਹਾ ਮਹਾਰਾਜ ਕਿਹਦੀ ਢਿੱਡ ਤੇ ਲੱਤ
ਭਾਵ ਕਿ ਤੁਸਾਂ ਇੱਥੇ ਜਿਹੜਾ ਪਖੰਡ ਚੱਲਦਾ ਬੰਦ ਹੋ ਜਾਏਗਾ, ਉਹਦੇ ਵਿਚਾਰੇ ਦੇ ਪੈਸੇ ਬੰਦ ਹੋ ਜਾਣ। ਤੇ ਹਜ਼ੂਰ ਨੇ ਕਿਹਾ, ਮਰਦਾਨਿਆਂ, ਮੈਂ ਕਿਸੇ ਦੇ ਢਿੱਡ ਤੇ ਲੱਤ ਨਹੀਂ ਮਾਰਦਾ, ਮੈਂ ਉਹਨਾਂ ਦੇ ਮਾਰਨੀ ਜਿਨ੍ਹਾਂ ਦੇ ਢਿੱਡ ਬਹੁਤ ਵੱਡੇ ਹੋ ਗਏ। ਮੈਂ ਉਹਨਾਂ ਨੂੰ ਕਹਿਣਾ ਥੋੜ੍ਹੇ ਜਿਹੇ ਛੋਟੇ ਕਰ ਲਓ ਲੋੜ ਅਨੁਸਾਰ, ਬਸ ਇੰਨੀ ਗੱਲ ਹੈ। ਬਾਹਰ ਕਿਨਾਰੇ ਤੇ ਖਲੋ ਕੇ ਵੇਖਦੇ ਨੇ ਲੋਕ, ਚੜ੍ਹਦੇ ਵੱਲ ਨੂੰ, ਪੂਰਬ ਵੱਲ ਨੂੰ, ਸੂਰਜ ਚੜ੍ਹਦੇ ਵੱਲ ਪਾਣੀ ਸਿੱਟੀ ਜਾਂਦੇ ਨੇ। ਤੇ ਸਤਿਗੁਰੂ ਨੇ ਖਲੋ ਕੇ ਆਪਣਾ ਕਮੀਜ਼ ਲਾਉਣਾ ਸ਼ੁਰੂ ਕਰ ਦਿੱਤਾ। ਵੇਖੋ ਕਿਵੇਂ ਦੀ ਹਾਲਾਤ ਹੋਵੇਗੀ ਜਿੱਥੇ ਬਾਬੇ ਨਾਨਕ ਨੂੰ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਨੀਆਂ ਪਈਆਂ। ਵਸਤਰ ਲਾਏ, ਇੱਕ ਇੱਕ ਕਰਕੇ ਮਰਦਾਨੇ ਨੂੰ ਫੜਾਈ ਜਾਂਦੇ ਨੇ ਤੇ ਆਪ ਉਸ ਨਦੀ ਦੇ ਵਿੱਚ ਉਤਰ ਗਏ। ਉਸ ਨਦੀ ਵਿੱਚ ਉਤਰ ਕੇ ਜਿੱਥੇ ਲੋਕ ਚੜ੍ਹਦੇ ਵੱਲ ਪਾਣੀ ਛਿੰਝਦੇ ਸਨ, ਗੁਰੂ ਨਾਨਕ ਸਾਹਿਬ ਨੇ ਉਸ ਨਦੀ ਵਿੱਚ ਉਤਰਦਿਆਂ ਸਾਰ ਲਹਿੰਦੇ ਵੱਲ, ਕਿਉਂਕਿ ਇੱਥੋਂ ਹਰਿਦੁਆਰ ਤੋਂ ਪੰਜਾਬ ਲਹਿੰਦੇ ਵੱਲ ਪੈਂਦਾ ਸੀ, ਛਿਪਦੇ ਵੱਲ ਇਹਨੂੰ ਕਹਿ ਲਈ, ਉਧਰ ਨੂੰ ਜਦੋਂ ਪਾਣੀ ਸੱਟਿਆ, ਇੱਕ ਨੇ ਵੇਖਿਆ, ਦੋ ਨੇ ਵੇਖਿਆ, ਤਿੰਨਾਂ ਨੇ ਇਕੱਠੇ ਹੋ ਗਏ, ਰੌਲਾ ਪੈ ਗਿਆ। ਪਹਿਲਾਂ ਤੇ ਉਹਨਾਂ ਸੋਚਿਆ ਵੀ ਨਵਾਂ ਬੰਦਾ ਆਇਆ, ਇਹਨੂੰ ਪਤਾ ਕੋਈ ਨਹੀਂ ਕਿਵੇਂ ਮਰਿਆਦਾ ਹੁੰਦੀ। ਉਹਨਾਂ ਕਿਹਾ, ਤੈਨੂੰ ਪਤਾ ਨਹੀਂ ਇੱਥੇ ਕਿਵੇਂ ਕੰਮ ਕਰੀਦਾ? ਹਜ਼ੂਰ ਨੇ ਕਿਹਾ, ਨਹੀਂ, ਦੱਸੋ। ਕਹਿਣ ਲੱਗੇ, ਪਾਣੀ ਚੜ੍ਹਦੇ ਵੱਲ। ਕਹਿੰਦੇ, ਕਿਉਂ, ਕੀ ਕਾਰਨ ਹੈ? ਭਾਵੇਂ ਕਿ ਇਹ ਗੱਲ ਹੈ, ਅਸੀਂ ਕਹਿੰਦੇ ਹਾਂ ਧਰਮੀ ਬੰਦੇ ਨੂੰ ਕਿਉਂ ਨਹੀਂ ਕਹਿਣਾ ਚਾਹੀਦਾ, ਖਿਆਲ ਰੱਖਣਾ, ਉਹਨੂੰ ਸਵਾਲ ਨਹੀਂ ਉਠਾਉਣਾ ਚਾਹੀਦਾ, ਬਿਲਕੁਲ ਗਲਤ ਹੈ। ਜਿਹੜਾ ਬੰਦਾ ਸਵਾਲ ਨਹੀਂ ਉਠਾਉਂਦਾ ਉਹ ਤੁਰਦਾ ਹੀ ਕੋਈ ਨਹੀਂ। ਜਿਹੜੀ ਕਿਉਂ, ਕਿਵੇਂ ਹੈ ਤੇ ਕੀ ਹੈ, ਜੇ ਤੇ ਬੰਦਾ ਗੁਰੂ ਦੇ ਹੁਕਮ ਵਿੱਚ, ਬ੍ਰਹਮ ਵਿੱਚ ਲੀਨ ਹੋ ਗਿਆ, ਰੱਬ ਦੇ ਚਰਨਾਂ ਨਾਲ, ਉਹਦੇ ਤੋਂ ਬਾਅਦ ਖਤਮ ਹੋ ਗਿਆ ਤੇ ਚੰਗੀ ਗੱਲ, ਬਹੁਤ ਵਧੀਆ, ਕਿਉਂਕਿ ਨਦੀ ਆਪਣੇ ਸਮੁੰਦਰ ਵਿੱਚ ਚਲੇਗੀ, ਹੁਣ ਥੋੜਾ ਪੁੱਛੇਗੀ ਰਾਹ ਕਿੱਧਰ। ਪਰ ਨਦੀ ਤੇ ਅਜੇ ਹਜ਼ਾਰਾਂ ਮੀਲ ਦੂਰ ਹੈ ਤੇ ਉਹ ਕਵੇ ਮੈਂ ਤੁਰਨਾ ਹੀ ਕੋਈ ਨਹੀਂ, ਬਸ ਠੀਕ ਹੈ ਜਿੱਥੇ ਹੈ। ਇਹ ਹਾਲਾਤ ਨਹੀਂ ਠੀਕ। ਅਸੀਂ ਐਵੇਂ ਸਿਖਾ ਦਿੱਤਾ ਜੀ ਤੁਸੀਂ ਸਵਾਲ ਨਾ ਕਰੋ। ਹਾਂ, ਸਵਾਲ ਵਿਤੰਡਾਵਾਦ ਵਾਲੇ ਨਾ ਹੋਣ। ਸਵਾਲ ਦੋ ਤਰ੍ਹਾਂ ਦੇ ਹੁੰਦੇ ਨੇ, ਸੰਵਾਦਿਤ ਤੇ ਵਿਵਾਦਿਤ। ਵਿਵਾਦਿਤ ਸਵਾਲ ਹੁੰਦਾ ਜਿਹੜਾ ਕੀਤਾ ਹੀ ਇਸ ਢੰਗ ਨਾਲ ਜਾਂਦਾ ਵੀ ਇਹਦਾ ਜਵਾਬ ਨਾ ਕੋਈ ਦੇ ਸਕੇ, ਉਹ ਸਵਾਲ ਗਲਤ ਹੁੰਦਾ। ਗਲਤ ਸਵਾਲ ਦਾ ਜਵਾਬ ਹੀ ਕੋਈ ਨਹੀਂ ਹੈ। ਪਰ ਅਸੀਂ ਜਦੋਂ ਗਲਤ ਸਵਾਲਾਂ ਨੂੰ ਕਿਹਾ ਨਾ ਵੀ ਸਵਾਲ ਨਹੀਂ ਕਰਨੇ ਚਾਹੀਦੇ, ਕਿਉਂ, ਕੀ ਨਹੀਂ ਕਹਿਣਾ ਚਾਹੀਦਾ, ਉਦੋਂ ਅਸੀਂ ਇੱਕ ਹੋਰ ਗਲਤੀ ਕਰ ਲਈ ਵੀ ਕਿਸੇ ਬੰਦੇ ਨੂੰ ਸਵਾਲ ਕਰਨਾ ਹੀ ਨਹੀਂ ਚਾਹੀਦਾ। ਬਿਲਕੁਲ ਗਲਤ ਹੈ। ਸਾਰੀ ਗੁਰਬਾਣੀ ਸਵਾਲਾਂ ਦੇ ਜਵਾਬ ਵਿੱਚ ਹੈ। ਤੁਸੀਂ ਜਪਜੀ ਸਾਹਿਬ ਪੜ੍ਹੋ, ਕਿੰਨੀਆਂ ਪੌੜੀਆਂ, ਸਾਰੀਆਂ ਆਨਸਰ ਦਿੱਤੇ ਗਏ। ਪਹਿਲਾਂ ਕੁਐਸਚਨ ਚਿੰਨ੍ਹ ਲਾਇਆ ਗਿਆ। ਇਹ ਅਸੀਂ ਗਲਤ ਕੀਤਾ। ਜਗਿਆਸਾ ਨੂੰ ਮਾਰ ਦਿੱਤਾ ਗਿਆ। ਇੱਕ ਬੱਚਾ ਹੈ ਜਿਹੜਾ ਮਾਰਗ ਤੇ ਤੁਰਿਆ, ਉਹਦੇ ਸਵਾਲ ਤੇ ਹੋਣਗੇ ਨਾ ਵੀ ਇਹ ਕੀ ਹੈ, ਬਾਣੀ ਕੀ, ਕਿਵੇਂ ਚੱਲਣਾ, ਸਮਝਾਉਣਾ ਪੈਣਾ। ਹੁਣੇ ਤੁਸੀਂ ਆਹ ਪ੍ਰੋਗਰਾਮ ਸੁਣ ਰਹੇ ਸੀ, ਉਤਸੁਕਤਾ ਕਿਉਂ ਸੀ ਸੁਣਨ ਵਾਲਿਆਂ ਵਿੱਚ? ਕਿਉਂਕਿ ਉਹਨਾਂ ਦੇ ਨਾਲ ਇਹ ਸੰਪਰਕ ਕੀਤਾ ਜਾ ਰਿਹਾ ਸੀ, ਉਹਨਾਂ ਨੂੰ ਦੱਸਿਆ ਜਾ ਰਿਹਾ ਸੀ ਵੀ ਧਰਮ ਕੀ ਹੈ। ਜਿਵੇਂ ਦੇ ਲਫ਼ਜ਼ਾਂ ਵਿੱਚ ਵੀ ਸੀ, ਪਰ ਉਹ ਸੰਬੰਧਿਤ ਸੀ ਉਹਨਾਂ ਨੂੰ ਸੁਣਨ ਵਾਲੇ ਬੱਚਿਆਂ ਦੇ ਨਾਲ। ਇਸ ਕਰਕੇ ਜਿਹੜਾ ਕਿਉਂ, ਕਿਵੇਂ ਹੈ, ਇਹ ਜੇ ਸੰਵਾਦ ਵਾਲਾ ਹੋਵੇ ਤੇ ਸਵਾਲ ਉਹ ਕਰੇਗਾ ਜਿਹੜਾ ਮਨੁੱਖ ਤੁਰਦਾ। ਜਿਹੜਾ ਤੁਰਦਾ ਹੀ ਨਹੀਂ ਉਹ ਸਵਾਲ ਕੀ ਕਰੇਗਾ? ਸਤਿਗੁਰੂ ਨੇ ਜਦੋਂ ਪਾਣੀ ਛਿੰਝਿਆ ਨਾ ਚੜ੍ਹ ਲੈਂਦੇ ਵੱਲ, ਉਹ ਪੁੱਛਦੇ ਨੇ ਤੈਨੂੰ ਪਤਾ ਨਹੀਂ? ਕਹਿੰਦੇ ਨਹੀਂ, ਦੱਸੋ। ਕਹਿੰਦੇ ਪਾਣੀ ਇੱਧਰ ਥੋੜ੍ਹੀ ਛਿੰਝੀਦਾ। ਕਹਿੰਦੇ ਹੋਰ ਕਿੱਧਰ? ਚੜ੍ਹਦੇ ਵੱਲ, ਸੂਰਜ ਨੂੰ। ਤੇ ਸਤਿਗੁਰਾਂ ਨੇ ਇੱਕ ਸਵਾਲ ਕੀਤਾ, ਕਿਉਂਕਿ ਉਹਨਾਂ ਦਾ ਜਿਹੜਾ ਸਵਾਲ ਸੀ ਨਾ, ਉਹਨਾਂ ਦੇ ਹਿਰਦੇ ਤੋਂ ਨਿਕਲਿਆ ਸੀ, ਅੰਦਰੋਂ। ਉਹ ਸਵਾਲ ਸੀ ਸੂਰਜ ਵੱਲ ਪਾਣੀ ਕਿਉਂ? ਉਹਨਾਂ ਨੇ ਜਵਾਬ ਦਿੱਤਾ, ਅਸੀਂ ਸੂਰਜ ਤੇ ਸਾਡੇ ਪੂਰਵਜ ਰਹਿੰਦੇ ਨੇ ਜਿਹੜੇ ਵੱਡੇ ਗੁਜ਼ਰ ਗਏ, ਉਹਨਾਂ ਨੂੰ ਪਾਣੀ ਭੇਜ ਰਹੇ। ਸਵਾਲ ਅੰਦਰੋਂ ਨਿਕਲਿਆ ਸੀ, ਪੂਰਾ ਸਵਾਲ ਸੀ। ਅਸੀਂ ਵੀ ਕਈ ਥਾਵਾਂ ਤੇ ਜਾਂਦੇ ਹਾਂ, ਕਈ ਸੱਜਣ, ਸਾਨੂੰ ਪਤਾ ਹੁੰਦਾ ਵੀ ਸਵਾਲ ਕਰਨੇ, ਤਕਰੀਬਨ ਸਾਨੂੰ ਇਹ ਵੀ ਪਤਾ ਲੱਗ ਗਿਆ ਵੀ ਸਵਾਲ ਕਿਹੜੇ ਕਰਨੇ, 5-7 ਨੇ ਬਸ, ਉਹ ਹੀ ਕਰਨੇ ਹੁੰਦੇ ਨੇ। ਉਹ ਪਤਾ ਸਵਾਲ ਕਿਹੜੇ ਨੇ। ਸਵਾਲ ਕਰੋ ਜ਼ਰੂਰ, ਪਰ ਆਪਣਾ ਕਰੋ, ਜਿਹੜਾ ਸਵਾਲ ਤੁਹਾਡੇ ਵਿੱਚੋਂ ਨਿਕਲਿਆ।
ਕਿਸੇ ਬੰਦੇ ਦਾ ਸਵਾਲ ਉਧਾਰਾ ਲੈ ਕੇ ਨਾ ਕਰੋ। ਉਹ ਇਸ ਤਰ੍ਹਾਂ ਜਿਵੇਂ ਕਿਸੇ ਦਾ ਬੱਚਾ ਗੋਦ ਲੈ ਲਈਦਾ, ਆਪਣਾ ਥੋੜ੍ਹੀ ਹੁੰਦਾ। ਜੇ ਵਿੱਚੋਂ ਕੋਈ ਨਿਕਲਿਆ ਜ਼ਿੰਦਗੀ ਦੇ ਸਵਾਲ, ਉਹਨੂੰ ਕਰੋ, ਸਵਾਦ ਆ ਜਾਏਗਾ ਜਵਾਬ ਦੇਣ ਲੱਗੇ। ਇਹ ਕੀ ਘਸੇ ਪਿੱਟੇ ਸਵਾਲ ਨੇ ਜਿਹੜੇ ਅੱਜ ਤੋਂ 10 ਸਾਲ ਪਹਿਲਾਂ ਲੋਕਾਂ ਨੇ ਲਿਖ ਦਿੱਤੇ ਨੇ, ਆਹ ਕੀ ਜੀ, ਆਹ ਹੈ ਕਿ ਨਹੀਂ। ਇਹ ਤਾਂ ਦੂਜਿਆਂ ਤੋਂ ਅਸੀਂ ਉਧਾਰ ਲੈਣਾ। ਆਪਣੀ ਜ਼ਿੰਦਗੀ ਵਿੱਚੋਂ ਕੱਢੋ ਸਵਾਲ, ਉਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਦੇਣਗੇ ਬਾਣੀ ਵਿੱਚੋਂ। ਸਤਿਗੁਰਾਂ ਨੇ ਜਦੋਂ ਸਵਾਲ ਕੀਤਾ ਨਾ, ਉਹ ਜਿਉਂਦਾ ਸਵਾਲ ਸੀ, ਉਹਨਾਂ ਦੇ ਵਿੱਚੋਂ ਨਿਕਲਿਆ ਸੀ। ਪੁੱਛਿਆ ਪਾਣੀ ਇੱਧਰ ਕਿਉਂ? ਕਹਿਣ ਲੱਗੇ ਪੂਰਵਜ ਸਾਡੇ ਵੱਡੇ ਇੱਧਰ ਗਏ ਨੇ, ਉਹਨਾਂ ਨੂੰ ਦੇ ਰਹੇ ਆ। ਤੇ ਸਤਿਗੁਰੂ ਫਿਰ ਉਸੇ ਵੇਲੇ ਖਲੋ ਕੇ ਪਾਣੀ ਛਿੰਝਣ ਲੱਗ ਪਏ ਲਹਿੰਦੇ ਵੱਲ, ਪੰਜਾਬ ਵੱਲ। ਉਹਨਾਂ ਬਾਂਹ ਫੜ ਲਈ, ਵੱਡੇ ਪੰਡਤ ਨੇ ਆ ਕੇ ਕਹਿੰਦੇ ਤੈਨੂੰ ਪਤਾ ਨਹੀਂ ਲੱਗਾ? ਕਹਿੰਦੇ ਤੁਹਾਡੇ ਤੋਂ ਹਿਸਾਬ ਲਾ ਕੇ ਮੈਂ ਵਗਾ ਰਿਹਾ ਪਾਣੀ। ਕਿਉਂ? ਕਹਿੰਦੇ ਸੂਰਜ ਕਿੰਨੀ ਦੂਰ ਹੈ? 1000 ਮੀਲ ਦੂਰ। ਕਹਿੰਦੇ ਫਿਰ ਪਾਣੀ ਵਗਾਉਣ ਲੱਗ ਪਏ। ਕਹਿੰਦੇ ਤੂੰ ਇੱਧਰ ਕਿਉਂ ਕਰਨਾ ਹੈ? ਹਜ਼ੂਰ ਕਹਿੰਦੇ ਨੇ ਮੇਰੀ ਖੇਤੀ ਪੰਜਾਬ ਵਿੱਚ ਬੀਜ ਕੇ ਆਇਆ ਸਾਂ, ਉੱਥੇ ਪਿੱਛੇ ਮੇਰਾ ਕੋਈ ਨੌਕਰ ਨਹੀਂ ਪਾਣੀ ਦੇਣ ਵਾਲਾ, ਮੈਂ ਸੋਚਿਆ ਤੂੰ ਪਾਣੀ ਭੇਜ ਦਿਆਂ, ਇੱਥੋਂ ਪਾਣੀ ਛਿੰਝ ਦਿਆਂ। ਉਹਨਾਂ ਕਿਹਾ ਇੰਨੀ ਦੂਰ ਪਾਣੀ? ਕਹਿੰਦੇ ਕਿੰਨੇ 100 ਮੀਲ ਹੋਏਗਾ, 400 500 ਹੱਦ 600 ਮੀਲ ਹੋਵੇਗਾ। ਉਹ ਵੇਖੋ ਸਾਰੇ ਖੜੇ ਹੋ ਕੇ ਹੱਸਦੇ ਨੇ ਬਾਬੇ ਨਾਨਕ ਤੇ ਵੀ ਇੰਨੀ ਦੂਰ 600 ਮੀਲ ਪਾਣੀ ਜਾਏਗਾ, ਜਦ ਕਿ ਖੁਦ ਕਹਿ ਰਹੇ ਨੇ ਵੀ 1000 ਮੀਲ ਤੇ ਸਾਡਾ ਪਾਣੀ ਜਾਂਦਾ ਹੈ। ਬੰਦਾ ਇਸ ਤਰ੍ਹਾਂ ਦੀ ਗਲਤੀ ਕਰਦਾ ਹੈ। ਇਸ ਤਰ੍ਹਾਂ ਦੀ ਗਲਤੀ ਖਾਸ ਕਰਕੇ ਧਾਰਮਿਕ ਲੋਕ ਕਰਦੇ ਨੇ, ਖਿਆਲ ਰੱਖਣਾ। ਹੁਣ ਧਰਮ ਦੀ ਇੱਕ ਸਮੱਸਿਆ ਹੈ, ਧਿਆਨ ਦੇਣਾ। ਹਰ ਇੱਕ ਧਰਮ ਨੂੰ ਭੇਖ ਸਿਖਾਉਣਾ ਪੈਂਦਾ, ਖਿਆਲ ਰੱਖਣਾ। ਭੇਖ ਤੋਂ ਬਿਨਾਂ ਕੋਈ ਧਰਮ ਨਹੀਂ। ਆ ਤੁਸੀਂ ਵੇਖਿਆ ਹੋਣਾ ਨਾ, ਹੁਣੇ ਕੀ ਸਿਖਾਇਆ ਜਾ ਰਿਹਾ ਸੀ? ਦੇਖ ਤੇ ਫਤਿਹ, ਪੰਥ ਕੀ ਜੀਤ, ਖਾਲਸਾ ਜੀ ਕੇ ਬੋਲ ਬਾਲੇ। ਸਾਨੂੰ ਅਸੀਂ ਵੀ ਕਹਿੰਦੇ ਹਾਂ 5 ਕਕਾਰ ਪਾਈਏ, ਸਿੱਖੀ ਦੀ ਪਹਿਚਾਣ ਬਣੇ, ਸਾਰੀਆਂ ਰਵਾਇਤਾਂ ਨੇ, ਲੰਗਰ ਚੱਲਣ, ਸਭ ਕੁਝ ਹੋਵੇ। ਪਰ ਇਹ ਕੰਮ ਕਰਦਿਆਂ ਇੱਕ ਖਿਆਲ ਰੱਖਣਾ ਚਾਹੀਦਾ ਹੈ, ਇੱਥੋਂ ਤੱਕ ਨਾ ਸਮਝਾ ਦਿੱਤਾ ਜਾਏ ਵੀ ਇਹ ਹੀ ਸਿੱਖ ਧਰਮ ਹੈ। ਇਹ ਸਿਰਫ ਸਿੱਖ ਧਰਮ ਦਾ ਦੁਆਰ ਹੈ ਜਿਹਦੇ ਵਿੱਚ ਪ੍ਰਵੇਸ਼ ਕਰਨਾ ਸੀ। ਸ਼ੁਰੂਆਤ ਹੈ ਸਿਰਫ, ਧਰਮ ਅੱਗੇ ਸ਼ੁਰੂ ਹੁੰਦਾ ਹੈ। ਧਰਮ ਹੈ ਕਿ ਸ਼ਬਦ ਨਾਲ ਬੰਦੇ ਦੀ ਸੁਰਤ ਖਹਿੰਦੀ ਹੈ ਕਿ ਨਹੀਂ, ਉਹ 24 ਘੰਟਿਆਂ ਵਿੱਚ ਅੱਧਾ ਘੰਟਾ ਜੁੜਦਾ ਹੈ ਕਿ ਨਹੀਂ, ਉਹ ਜਾਚ ਸਿਖਾਉਣੀ। ਦੂਸਰੀ, ਜੇ ਉਹ ਵਿੱਚੋਂ ਕੱਢ ਦਿੱਤੀ ਗਈ, ਰੇਗਿਸਤਾਨ ਹੋ ਜਾਏਗਾ ਧਰਮ, ਧੂੜਾ ਉੱਡ ਜਾਣਗੀਆਂ, ਫਿੱਕਾ ਪੈ ਜਾਏਗਾ। ਸਾਡੇ ਵਿੱਚ ਹੋਇਆ ਹੀ ਕਿਉਂ ਹੋਇਆ? ਸਾਡੀ ਜ਼ਿੰਦਗੀ ਵਿੱਚ ਕਿਨਾਰੇ ਹੈ, ਨਦੀ ਹੈ, ਕਿਨਾਰੇ ਹੈ, ਨਦੀ ਸੁੱਕੀ ਪਈ, ਨਦੀ ਦੇ ਵਿੱਚ ਕੁਝ ਨਹੀਂ। ਉਹਨੂੰ ਨਦੀ ਤੇ ਕਹਿਣੀ ਪਏਗਾ ਕਿਉਂਕਿ ਇੱਧਰ ਵੀ ਕੰਢਾ ਹੈ, ਦੂਜੇ ਪਾਸੇ ਵੀ। ਤੁਸੀਂ ਵੇਖਿਆ ਹੋਣਾ ਪੰਜਾਬ ਵਿੱਚ ਕਈ ਨਹਿਰਾਂ ਸੁੱਕ ਗਈਆਂ, ਕਈ ਸਮੁੰਦਰ ਸੁੱਕ, ਵਾਹਿਗੁਰੂ ਤਲਾਬ ਸੁੱਕ ਗਏ, ਉਹਨਾਂ ਦੀ ਜ਼ਿੰਦਗੀ ਸੁੱਕ ਗਈ। ਸਤਿਗੁਰੂ ਨੇ ਉਦਾਹਰਨ ਵੀ ਦਿੱਤੀ ਹੈ। ਤਲਾਬ ਉਹ ਜਿਹੜਾ ਪਾਣੀ ਨਾਲ ਹੈ, ਜਿਹੜਾ ਤਲਾਬ ਸੁੱਕ ਗਿਆ ਨਿਕੰਮਾ ਹੈ। ਸਤਿਗੁਰੂ ਕਹਿੰਦੇ ਨੇ ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵੰਨ, ਕਹਿ ਦੋਖੜਾ ਸੜੇ ਹੋਈ ਕਾਲੀ ਹੋਈਆ ਦੇਹਰੀ, ਨਾਨਕ ਮੈਂ ਧਨ ਭੰਗ। ਗੁਰੂ ਨਾਨਕ ਸਾਹਿਬ ਜੀ ਉਦਾਹਰਨ ਦਿੰਦੇ ਨੇ ਮਰਦਾਨਿਆਂ, ਇੱਕ ਛੱਪੜ ਦੇ ਕੋਲੋਂ ਲੰਘਦੇ ਲੰਘਦੇ ਉਦਾਹਰਨ ਦੇ ਰਹੇ ਨੇ, ਇਹ ਛੱਪੜ ਨੂੰ ਪੁੱਛ ਤੂੰ ਕਾਲਾ ਕਿਉਂ ਹੋ ਗਿਆ? ਉਹਨੇ ਕਿਹਾ ਪਾਣੀ ਕੋਈ ਨਹੀਂ ਮੇਰੇ ਵਿੱਚ, ਹੋਰ ਕੀ? ਸਤਿਗੁਰੂ ਨੇ ਕਿਹਾ ਮਰਦਾਨਿਆਂ, ਜਿਹੜੇ ਲੋਕ ਰੱਬ ਦੀ ਯਾਦ ਤੋਂ ਸਖਣੇ ਹੋ ਜਾਂਦੇ ਨੇ, ਉਹਨਾਂ ਦੀ ਹਾਲਾਤ ਇਸ ਛੱਪੜ ਵਾਲੀ ਹੋ ਜਾਂਦੀ। ਹੈਣ ਛੱਪੜ ਪਰ ਸੁੱਕੇ ਪਏ, ਹੈਣ ਮਨੁੱਖ ਪਰ ਨਿਕੰਮੇ, ਬਿਲਕੁਲ ਖਾਲੀ। ਨਦੀ ਉਹ ਜਿਹੜੀ ਵਗੇ। ਧਰਮ ਦੇ ਮਰਿਆਦਾ ਉਹ ਚੰਗੀਆਂ ਜਿਨ੍ਹਾਂ ਦੇ ਵਿੱਚ ਰੱਬ ਦੀ ਯਾਦ ਵੀ ਨਾਲ ਵਹਿੰਦੀ, ਸੰਬੰਧ ਰਹਿੰਦਾ। ਸਤਿਗੁਰੂ ਨੇ ਜਦੋਂ ਇੱਧਰ ਪਾਣੀ ਛਿੰਝਿਆ ਨਾ, ਕਹਿਣ ਲੱਗੇ ਇੰਨੀ ਦੂਰ ਪਾਣੀ ਥੋੜ੍ਹੀ ਜਾਂਦਾ। ਪੰਡਤ ਕਹਿਣ ਲੱਗੇ, ਤੇ ਬਾਬੇ ਨਾਨਕ ਦਾ ਜਵਾਬ ਜਿਹੜਾ ਉਹ ਬਹੁਤ ਵਿਗਿਆਨਕ ਹੁੰਦਾ ਸੀ। ਕਹਿਣ ਲੱਗੇ ਜੇ ਤੁਹਾਡਾ ਪਾਣੀ ਕਈ 100 ਮੀਲ 1000 ਮੀਲ ਚਲਾ ਜਾਂਦਾ ਹੈ, ਮੇਰਾ ਪਾਣੀ 600 ਮੀਲ ਨਹੀਂ ਜਾ ਸਕਦਾ। ਹਿਰਦੇ ਤੱਕ ਚਲਾ ਗਿਆ ਗਿਆਨ ਉਹਨਾਂ ਦਾ। ਪਹਿਲੀ ਵਾਰੀ ਉਹਨਾਂ ਦੇ ਪੈਰਾਂ ਥੱਲੇ ਜ਼ਮੀਨ ਨਿਕਲੀ ਵੀ ਅਸੀਂ 40 40 50 50 60 60 ਸਾਲ ਤੋਂ ਕੰਮ ਜਿਹੜਾ ਕਰ ਰਹੇ ਸੀ ਉਹ ਹੈ ਕੀ?
ਉਹਦਾ ਅਰਥ ਕੀ ਹੈ? ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ, ਕਈ ਵਾਰੀ ਅਣਜਾਣਪੁਣੇ ਵਿੱਚ ਅਸੀਂ ਇੱਕ ਦੂਜੇ ਦੇ ਪਿੱਛੇ ਤੁਰੀ ਜਾਂਦੇ ਹਾਂ, ਕਦੀ ਅੰਦਰ ਇਹ ਉੱਠਦਾ ਨਹੀਂ ਕਿਉਂ ਕਰ ਰਹੇ। ਹੈਰਾਨ ਹੋ ਗਏ, ਵਾਕਈ ਉਹਨਾਂ ਨੇ ਕਿਹਾ ਪਾਣੀ ਤੇ ਕਿਤੇ ਨਹੀਂ ਪਹੁੰਚਦਾ। ਤੇ ਸਤਿਗੁਰਾਂ ਨੇ ਫਿਰ ਉੱਥੇ ਉਪਦੇਸ਼ ਦਿੱਤਾ, ਕਹਿਣ ਲੱਗੇ ਭਾਈ ਧਰਮ ਦਾ ਕੰਮ ਕਰੋ, ਪਰ ਵਿੱਚ ਵੇਖੋ ਅਸੀਂ ਇਹਦੇ ਵਿੱਚ ਕਰ ਕੀ ਰਹੇ ਹਾਂ, ਇਹਦਾ ਲਾਭ ਕੀ, ਇਹਦੇ ਫਾਇਦੇ ਕੀ ਨੇ। ਜੇ ਇਸ ਤੋਂ ਬਿਨਾਂ ਕਰੋਗੇ ਤੇ ਇਹ ਸਾਰੇ ਕਰਮ ਸਹਿਜੇ ਸਹਿਜੇ ਸੁੱਕ ਜਾਣਗੇ, ਪਖੰਡ ਹੋ ਜਾਣਗੇ, ਸਮੇਂ ਨੂੰ ਅੱਗੇ ਧੱਕਣ ਦਾ ਇੱਕ ਸਾਧਨ ਬਣ ਜਾਣਗੇ। ਕੇਵਲ ਸਮੇਂ ਨੂੰ ਅੱਗੇ ਕਰਨਾ ਸਿਰਫ ਇਸ ਵਾਸਤੇ ਹੈ। ਇਸ ਕਰਕੇ ਸਤਿਗੁਰੂ ਨੇ ਹਰ ਇੱਕ ਪ੍ਰਕਾਰ ਦੇ ਧਰਮ ਦੇ ਉਹਨਾਂ ਕਰਮਾਂ ਦੀ ਵਿਰੋਧਤਾ ਕੀਤੀ ਤੇ ਤਕਰੀਬਨ ਸਿੱਖੀ ਦੇ ਵਿੱਚੋਂ ਕੱਟ ਕੇ ਪਾਸੇ ਕਰ ਦਿੱਤੇ। ਅਸੀਂ ਫਿਰ ਉਹਨਾਂ ਵਿੱਚ ਥੋੜਾ ਥੋੜਾ ਪਰਵਿਰਤ ਹੁੰਦੇ ਜਾਂਦੇ। ਖਿਆਲ ਰੱਖੋ, ਮੈਂ ਗੱਲ ਕੀਤੀ ਸੀ ਹਰ ਇੱਕ ਰੁੱਖ ਦੀਆਂ ਟਹਿਣੀਆਂ ਛਾਂਗਣੀਆਂ ਪੈਂਦੀਆਂ ਨੇ, ਪਰ ਮਾਲੀ ਬੜਾ ਸਿਆਣਾ ਹੋਣਾ ਚਾਹੀਦਾ। ਕਈ ਵਾਰੀ ਜਿਹੜਾ ਮਾਲੀ ਪੂਰੀ ਤਰ੍ਹਾਂ ਸਿੱਖਿਅਤ ਨਹੀਂ, ਬੂਟਿਆਂ ਬਾਰੇ ਜਾਣਦਾ ਨਹੀਂ, ਉਹ ਗਲਤੀ ਕਰ ਦਿੰਦਾ ਕਿ ਉਸ ਰੁੱਖ ਦੀ ਉਹ ਟਾਹਣੀਆਂ ਵੀ ਕੱਟ ਦਿੰਦਾ ਜਿਹੜੀਆਂ ਜ਼ਰੂਰੀ ਨੇ। ਹੁਣ ਤਰਕ ਤਾਂ ਜ਼ਰੂਰੀ, ਜਿੰਨੀਆਂ ਪੌੜੀਆਂ ਨੇ ਮੈਂ ਤਾਂ ਇਹਨਾਂ ਤੇ ਇਸ ਤਰ੍ਹਾਂ ਬੋਲ ਰਿਹਾ, ਜਿਵੇਂ ਦਾ ਸ਼ਬਦ ਹੋਵੇ ਨਾ ਉਸ ਆਧਾਰ ਤੇ ਬੋਲਿਆ ਜਾਂਦਾ। ਇਹ ਸਾਰੀਆਂ ਪੌੜੀਆਂ ਤਰਕਨਿਸ਼ਟ ਨੇ, ਇਹਨਾਂ ਵਿੱਚ ਸਵਾਲ ਉਠਾਏ ਗਏ ਨੇ ਹਰ ਇੱਕ ਧਾਰਮਿਕ ਕੰਮ ਤੇ, ਪਰ ਇਹਨਾਂ ਦੇ ਵਿੱਚ ਭਾਵ ਭਗਤੀ ਤੇ ਜ਼ੋਰ ਦਿੱਤਾ ਗਿਆ। ਜੇ ਸਤਿਗੁਰੂ ਇੱਕ ਮੁੱਲਾ ਤੇ ਮੁਸਲਮਾਨ ਤੇ ਸਵਾਲ ਉਠਾ ਰਹੇ ਨੇ ਬਈ ਤੂੰ ਮੱਕੇ ਵਿੱਚ ਕੀ ਕਰਨ ਜਾਣਾ ਹੈ, ਜੇ ਇੱਕ ਹਿੰਦੂ ਨੂੰ ਕਹਿ ਰਹੇ ਨੇ ਤੀਰਥ ਤੇ ਕੀ ਕਰਨ ਜਾਣਾ ਹੈ, ਤੇ ਫਿਰ ਇੱਕ ਸਿੱਖ ਨੂੰ ਵੀ ਪੁੱਛ ਸਕਦੇ ਨੇ ਗੁਰਦੁਆਰੇ ਕੀ ਕਰਨ ਜਾ ਰਹੇ। ਬਰਾਬਰ ਹੈ ਨਾ ਸਾਰਾ ਕੁਝ। ਕਿਤੇ ਲੰਗਰ ਵਿੱਚੋਂ ਛਕ ਕੇ ਵਾਪਸ ਨਹੀਂ ਚਲੇ ਗਏ, ਕਿਤੇ ਉੱਥੋਂ ਤੇ ਵਾਪਸੀ ਨਹੀਂ ਹੋ ਗਈ। ਮੈਂ ਤੇ ਕਈ ਵਾਰੀ ਸੋਚਦਾ ਲੰਗਰ ਉੱਤੇ ਚਾਹੀਦਾ ਤੇ ਪ੍ਰਕਾਸ਼ ਥੱਲੇ ਹੋਣਾ ਚਾਹੀਦਾ, ਬਹੁਤ ਫਰਕ ਪਏਗਾ। ਕਿਉਂਕਿ ਘੱਟੋ ਘੱਟ ਜਿਹੜਾ ਆਵੇ 4 ਅੱਖਰ ਤੇ ਕੰਨ ਵਿੱਚ ਪੈਣ। ਗੁਰੂ ਸਾਹਿਬ ਦਾ ਪ੍ਰਕਾਸ਼ ਥੱਲੇ ਹੋਵੇ, ਉੱਤੋਂ ਗੁੰਬਜ ਸਿੱਧਾ ਰੱਖ ਦੇ, ਇਹ ਤਰੀਕਾ ਕਰਨਾ ਪਏਗਾ। ਸਾਡੇ ਸਤਿਗੁਰੂ ਨੇ ਤੇ ਕਿਹਾ ਸੀ ਵੀ ਪਹਿਲਾਂ ਪੰਗਤ ਪਾਛੇ ਸੰਗਤ। ਉਹਦਾ ਕਾਰਨ ਇਹ ਸੀ ਕਿ ਬੰਦੇ ਦਾ ਮਨ ਜਿਹੜੀ ਥਾਂ ਤੇ ਨਹੀਂ ਗਿਆ ਉਹਨੂੰ ਲੱਭਦਾ, ਖੋਜਦਾ, ਪਹਿਲਾਂ ਉੱਥੋਂ ਹੋ ਆਵੇ। ਪ੍ਰਸ਼ਾਦਾ ਤਾਂ ਪਹਿਲਾਂ ਦਿੱਤਾ ਸੀ ਵੀ ਛਕ ਲੈ, ਸੰਤੁਸ਼ਟ ਹੋ ਕੇ ਫਿਰ ਤਾਂ ਸੁਣੇਗਾ, ਇਹ ਨਾ ਸੋਚਦਾ ਰਹੇਗਾ ਵੀ ਮੈਨੂੰ ਭੁੱਖ ਲੱਗੀ। ਪਰ ਅਸੀਂ ਸਿੱਖੀ ਦੇ ਅਰਥ ਉਹੀ ਕਰ ਦਿੱਤੇ ਜੋ ਬ੍ਰਾਹਮਣ ਨੇ ਕੀਤੇ, ਉੱਥੋਂ ਤੱਕ ਸੀਮਿਤ ਕਰ ਦਿੱਤਾ। ਸਿੱਖੀ ਦਾ ਸੰਬੰਧ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜਿਹੜੀਆਂ ਗਲਤੀਆਂ ਉਹਨਾਂ ਧਰਮਾਂ ਨੇ ਕੀਤੀਆਂ ਜੋ 5-5 ਹਜ਼ਾਰ ਸਾਲ ਪੁਰਾਣੇ ਹੋ ਗਏ, ਆਪਾਂ 500 ਸਾਲ ਦੇ ਹੋਏ ਹਾਂ ਅਜੇ। ਸਾਨੂੰ ਵੀ ਸੁਚੇਤ ਰਹਿਣਾ ਚਾਹੀਦਾ ਕਿਤੇ ਉਹ ਗਲਤੀ ਪਰਤ ਕੇ ਅਸੀਂ ਨਾ ਦੁਹਰਾਣੀ ਸ਼ੁਰੂ ਕਰ ਦਈਏ। ਸਾਡਾ ਕੇਂਦਰ ਸੀ, ਮੁੱਖ ਮੰਤਵ ਕਿ ਆਦਮੀ ਨੂੰ ਜਗਾ ਕੇ ਜੀਵਨ ਦੀ ਸੇਧ ਦੇ ਦਿੱਤੀ ਜਾਏ, ਉਹਨੂੰ ਦੱਸ ਦਿੱਤਾ ਜਾਏ ਜਿਸ ਰੱਬ ਨੂੰ ਤੂੰ ਖੋਜਣਾ ਹੈ ਉਹ ਤੇਰੇ ਵਿੱਚ ਹੈ, ਹੋਰ ਕਿਤੇ ਨਹੀਂ। ਤੇਰੀ ਜ਼ਿੰਦਗੀ ਵਿੱਚ, ਤੇਰੇ ਜੀਵਨ ਦੇ ਵਿੱਚ ਹੀ ਪਰਮਾਤਮਾ ਨੂੰ ਹੋਰ ਕਿੱਥੋਂ ਖੋਜੋਗੇ। ਰੱਬ ਦੇ ਲੱਭਣ ਦੀ ਹੋਰ ਕਿਹੜੀ ਇਸ ਤੋਂ ਵੱਡੀ ਥਾਂ ਮਨੁੱਖੀ ਤੇ ਹੈ, ਹੋਰ ਕਿੱਥੋਂ ਉਹਨੂੰ ਪਾਉਣਾ, ਹੋਰ ਕਿੱਥੋਂ ਖੋਜਣਾ। ਉਹ ਸਾਡੇ ਜੀਵਨ ਵਿੱਚ ਹੈ ਤੇ ਉਹਨੂੰ ਅਸੀਂ ਸੋਧਣਾ, ਉਹਨੂੰ ਅਸੀਂ ਸ਼ੁੱਧ ਕਰਨਾ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਜਦੋਂ ਤੀਰਥਾਂ ਤੇ ਜਾਂਦੇ ਨੇ ਉੱਥੇ ਉਹ 2 ਕੰਮ ਕਰਦੇ ਨੇ, ਪਹਿਲਾਂ ਤੋੜਦੇ ਨੇ ਤੇ ਫਿਰ ਜੋੜਦੇ ਨੇ। ਖਿਆਲ ਰੱਖਣਾ, ਹੁਣ ਮੈਂ ਦੂਸਰਾ ਪੱਖ ਥੋੜਾ ਜਿਹਾ ਲੈਣਾ ਚਾਹਾਂਗਾ, ਕਿਉਂਕਿ ਬਹੁਤ ਸਾਰੇ ਧਰਮ ਇਸ ਤਰ੍ਹਾਂ ਦੇ ਨੂੰ ਕਹਿੰਦੇ ਜੋੜੋ, ਜਿੰਨੇ ਹੈ ਉਹਨਾਂ ਨੂੰ ਜੋੜ ਦਿਓ। ਅਸੀਂ ਕਈ ਵਾਰੀ ਬੜੀ ਸਾਰੀ ਭੀੜ ਨੂੰ ਕਹਿ ਦਿੰਦੇ ਹਾਂ ਧਰਮ ਕਾਮਯਾਬ ਹੋ ਗਏ। ਖਿਆਲ ਰੱਖ, ਬਹੁਤ ਸਾਰੀ ਭੀੜ ਨੂੰ। ਅਸੀਂ ਕਈ ਵਾਰੀ ਚਮਤਕਾਰਾਂ ਨੂੰ ਕਹਿ ਦਿੰਦੇ ਹਾਂ ਧਰਮ ਨੇ। ਕਰੋੜਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੁੰਦੇ ਨੇ। ਆ ਤੁਸੀਂ ਪਿੱਛੇ ਨਹੀਂ ਵੇਖਿਆ ਹਿੰਦੁਸਤਾਨ ਵਿੱਚ ਕਿੰਨੇ ਕਿੰਨੇ ਲੋਕ ਨੇ ਜਿਨ੍ਹਾਂ ਨੂੰ ਕਈ ਸਾਲਾਂ ਤੋਂ ਲੋਕ ਸਾਧੂ ਕਹਿੰਦੇ ਰਹੇ। ਚਮਤਕਾਰ ਤੇ ਉਹ ਵੀ ਕਰਦੇ ਸੀ। ਤੁਸੀਂ ਕਈ ਸਾਈਂ ਬਾਬੇ ਵੇਖੇ ਹੋਣਗੇ,
ਜਿਹੜੇ ਹੱਥ ਤੇ ਰੱਖੀ ਹੋਈ ਚੀਜ਼ ਨੂੰ ਸੋਨਾ ਬਣਾ ਸਕਦੇ, ਕੰਮ ਕਰ ਸਕਦੇ। ਸ਼ਕਤੀ ਉਹਨਾਂ ਵਿੱਚ ਵੀ, ਤਾਕਤ ਉਹਨਾਂ ਵਿੱਚ ਵੀ। ਪਰ ਗੱਲ ਇਹ ਹੈ ਕਿ ਕਿਸੇ ਬੰਦੇ ਨੂੰ ਜਗਾ ਕੇ ਰੱਬ ਨਾਲ ਸਾਂਝ ਪਵਾਈ, ਜੀਵਨ ਸ਼ੁੱਧ ਹੋਇਆ ਕਿ ਨਹੀਂ? ਇਕੱਲੀਆਂ ਸ਼ਕਤੀਆਂ, ਇਕੱਲੀਆਂ ਤਾਕਤਾਂ ਧਰਮ ਨਹੀਂ ਹੁੰਦਾ, ਖਿਆਲ ਰੱਖਣਾ। ਨਹੀਂ ਤੇ ਗੁਰੂ ਨਾਨਕ ਸਾਹਿਬ ਕਦੇ ਨਾ ਕਹਿੰਦੇ ਸਿੱਧ ਹੋਵਾਂ, ਸਿੱਧ ਲਾਈ ਸਿੱਧ ਹੋਵਾਂ ਰਿੱਧ ਆਖਾਂ, ਆਓ ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰੱਖੈ ਭਾਓ। ਲੋਕ ਮੇਰੇ ਆਲੇ ਦੁਆਲੇ ਭੱਜਣ ਲੱਗ ਪੈਣ, ਮੈਂ ਸਮਝ ਲਵਾਂ ਮੈਂ ਬੜਾ ਵੱਡਾ ਧਰਮੀ ਹਾਂ। ਗਲਤੀ ਹੈ, ਬਹੁਤ ਵੱਡੀ ਗਲਤੀ ਹੈ। ਇਹ ਬੜੀ ਵੱਡੀ ਗਲਤੀ ਹੈ। ਇਹ ਤੇ ਸਿੱਧਾਂ ਨੇ ਵੀ ਕੀਤਾ, ਇਹ ਤੇ ਯੋਗੀਆਂ ਨੇ ਵੀ ਕੀਤਾ। ਅੱਜ ਸ਼ਿਵਰਾਤਰੀ ਦਾ ਮੇਲਾ ਬਟਾਲੇ ਵਿੱਚ ਲੱਗਦਾ ਸੀ, ਲੋਕ ਕਿਉਂ ਹੁੰਦੇ ਸੀ? ਤੁਸੀਂ ਪੜ੍ਹਿਆ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਅੱਗੇ ਆਏਗਾ। ਗੁਰੂ ਨਾਨਕ ਸਾਹਿਬ ਉੱਥੇ ਗਏ, ਭੀੜ ਇਕੱਠੀ ਹੁੰਦੀ ਸੀ। ਚੰਗੀ ਚੀਜ਼ ਹੈ ਕਿ ਬਹੁਤੇ ਲੋਕ ਧਰਮ ਨੂੰ ਅਪਣਾ ਲੈਣ, ਬਹੁ ਗਿਣਤੀ ਵਿੱਚ ਲੋਕ ਧਰਮੀ ਥਾਵਾਂ ਤੇ ਆਉਣ। ਪਰ ਮੈਂ ਬੇਨਤੀ ਕਰਾਂ, ਇਹ ਟੈਸਟ ਪਿੰਡ ਕਦੀ ਨਾ ਲਾ ਕੇ ਟੈਸਟ ਕਰਨਾ ਕਿਹੜੇ ਥਾਂ ਤੇ ਕਿੰਨੇ ਲੋਕ ਜਾਂਦੇ ਨੇ ਤੇ ਉੱਥੇ ਸੱਚ ਹੋਵੇਗਾ। ਬਿਲਕੁਲ ਗਲਤ ਹੈ, ਬਿਲਕੁਲ ਗਲਤ ਹੈ। ਕਿੰਨੇ ਲੋਕ ਜਾਂਦੇ ਆਉਣ, ਚੰਗੀ ਗੱਲ ਹੈ, ਜ਼ਿਆਦਾ ਤੋਂ ਜ਼ਿਆਦਾ ਹੋਣ, ਇਕੱਠ ਹੋਣਾ ਚਾਹੀਦਾ। ਪਰ ਇਹ ਟੈਸਟ, ਇਹ ਸਰਵੇਖਣ ਬਿਲਕੁਲ ਗਲਤ ਹੈ ਕਿ ਕਿੰਨੇ ਲੋਕ ਕਿੱਥੇ ਆਉਂਦੇ ਨੇ, ਕਿਉਂਕਿ ਲੋਕ ਕਦੇ ਉੱਥੇ ਨਹੀਂ ਆਉਂਦੇ ਜਿੱਥੇ ਉਹ ਟੈਸਟ ਕਰਕੇ ਆਉਂਦੇ ਹੋ। ਉਹ ਇੱਕ ਦੂਜੇ ਨੂੰ ਵੇਖ ਕੇ ਆਉਂਦੇ। ਸੱਚ ਹੈ, ਆਪਾਂ ਇੱਥੇ ਦਰਬਾਰ ਵਿੱਚ ਬੈਠੇ ਹੋ, ਤੁਸੀਂ 200, 400, 500, 1000 ਸਰੀਰ ਬੈਠਾ ਹੈ। ਆਮ ਬੰਦਾ ਮੱਥਾ ਟੇਕਣ ਆਵੇਗਾ, ਚੌਂ ਪਾਸੇ ਵੇ ਕਿੰਨੇ ਕੁ ਲੋਕ ਨੇ। ਉਹਨੇ ਇਹ ਨਹੀਂ ਵੇਖਣਾ ਵੀ ਇੱਥੇ ਕੀ ਹੈ, ਉਹਨੇ ਵੇਖਣਾ ਲੋਕ ਕਿੰਨੇ ਨੇ। ਜਿੰਨੇ ਲੋਕ ਨੇ ਉਹਨੇ ਜ਼ਿਆਦਾ ਲੋਕ ਬਹਿਣੇ ਸ਼ੁਰੂ ਹੋ ਜਾਣਗੇ। 500 ਹੈ, 100 ਹੋਰ ਬਹਿ ਜਾਏਗਾ। 600 ਹੋ ਗਿਆ, 200 ਹੋਰ ਬਹਿ ਜਾਏਗਾ। 800 ਹੋ ਗਿਆ, 500 ਨੇ ਬਹਿ ਜਾਣਾ, ਬਸ ਸ਼ੁਰੂ ਹੋ ਜਾਏਗੀ ਗੱਲ, ਇਹ ਵਧੇਗਾ। ਪਰ ਅਸੀਂ ਇਹ ਨਹੀਂ ਕਦੇ ਵੇਖਿਆ ਵੀ ਕਿੱਥੇ ਕੀ ਹੈ। ਸਤਿਗੁਰੂ ਜਿੱਥੇ ਗਏ ਉਹਨਾਂ 2 ਕੰਮ ਕੀਤੇ ਨੇ, 2 ਕਾਰਜ ਕੀਤੇ ਨੇ। ਸਿੱਧਾ ਨਹੀਂ ਜੋੜਿਆ, ਪਹਿਲਾਂ ਤੋੜਿਆ, ਪਹਿਲਾਂ ਭੰਨਿਆ। ਮੈਂ ਸਵੇਰੇ ਵੀ ਉੱਥੇ ਸਥਾਨ ਤੇ ਬੇਨਤੀ ਕਰਕੇ ਆਇਆ ਸੀ, ਨਵੀਂ ਇਮਾਰਤ ਉੱਥੇ ਬਣਦੀ ਜਿੱਥੇ ਪੁਰਾਣੀ ਤੋੜੀ ਜਾਂਦੀ ਹੈ। ਨਵਾਂ ਜੀਵਨ ਤਾਂ ਬਣੇਗਾ, ਪਹਿਲਾਂ ਤੋੜਿਆ ਜਾਏਗਾ। ਐਵੇਂ ਲੋਕ ਝੂਠ ਬੋਲੀ ਜਾਂਦੇ ਨੇ, ਤੁਸੀਂ ਬੜੇ ਗੁਰਮੁਖ। ਗੁਰਮੁਖ ਕਿਵੇਂ ਹੋਵੇਗਾ? ਜਿੰਨਾ ਚਿਰ ਪਹਿਲੀ ਜ਼ਿੰਦਗੀ ਤੋੜੀ ਨਹੀਂ ਜਾਂਦੀ, ਕੱਟੀ ਨਹੀਂ ਜਾਂਦੀ, ਹਿਲਾਈ ਨਹੀਂ ਜਾਂਦੀ, ਪਹਿਲੀ ਇਮਾਰਤ ਭੰਨੀ ਨਹੀਂ ਜਾਂਦੀ, ਨਵੀਂ ਕਿੱਥੇ ਬਣੇਗੀ? ਪੁਰਾਣੀ ਤੇ ਖੜੀ ਉਸੇ ਤਰ੍ਹਾਂ, ਪੁਰਾਣੇ ਸੁਭਾਅ ਵੀ ਖੜੇ ਨੇ, ਪੁਰਾਣੀਆਂ ਵਿਚਾਰਾਂ ਵੀ ਖੜੀਆਂ ਨੇ, ਪੁਰਾਣਾ ਸਾਡਾ ਰਹਿਣ ਸਹਿਣ ਵੀ ਉਸੇ ਤਰ੍ਹਾਂ, ਬੋਲੀ ਵੀ ਉਸੇ ਤਰ੍ਹਾਂ, ਵੇਖਣਾ ਵੀ ਹੈ, ਸਾਡਾ ਪਹਿਰਾਵਾ ਵੀ ਪੁਰਾਣਾ ਹੀ ਹੈ। ਆਪਾਂ ਕਹਿ ਦਈਏ ਸਿੱਖ ਹੋ ਗਏ, ਕਿਵੇਂ ਆ? ਸਿੱਖ ਦਾ ਤੇ ਉੱਥੇ ਜੀਵਨ ਬਦਲ ਜਾਏਗਾ, ਕੱਲਾ ਉਹਦਾ ਨਹੀਂ ਬਦਲੇਗਾ। ਸਿੱਖ ਦੀ ਨਿਸ਼ਾਨੀ ਹੈ, ਉਹਦੇ ਆਲੇ ਦੁਆਲੇ ਕ੍ਰਾਂਤੀ ਆਉਣੀ ਸ਼ੁਰੂ ਹੋ ਜਾਂਦੀ। ਜਿੱਥੇ ਰਹਿੰਦਾ ਹੈ ਪ੍ਰਭਾਵ ਪੈਂਦਾ, ਲੋਕਾਂ ਨੂੰ ਬਦਲਣ ਵਾਸਤੇ ਮਜਬੂਰ ਹੋਣਾ ਪਏਗਾ। ਸਿੱਖ ਦੀ ਨਿਸ਼ਾਨੀ ਹੈ, ਪ੍ਰਭਾਵ ਪਏਗਾ। ਥੋੜ੍ਹੇ ਜਿਹੇ ਲੋਕ ਉਹਦੇ ਤੋਂ ਪ੍ਰਭਾਵਿਤ ਨਹੀਂ ਹੁੰਦੇ, ਜਿਹੜੇ ਜ਼ਿਆਦਾ ਨੇੜੇ ਰਹਿੰਦੇ ਨੇ। ਇਹ ਹੈ ਨਹੀਂ, ਇਹ ਖਿਆਲ ਰੱਖਣਾ। ਜਿਹੜੇ ਬਹੁਤੇ ਦੀਵੇ ਦਾ ਸੁਭਾਅ ਹੈ ਕਿ ਨੇੜੇ ਨੇੜੇ ਤਕਰੀਬਨ ਦੀਵੇ ਦੀਆਂ ਜੜ੍ਹਾਂ ਵਿੱਚ ਬਹੁਤੀ ਵਾਰੀ ਹਨੇਰਾ, ਉੱਥੇ ਤਬਦੀਲੀ ਨਹੀਂ ਆਵੇਗੀ, ਉੱਥੇ ਨਹੀਂ ਦਿਸੇਗਾ। ਧਰਮੀ ਬੰਦੇ ਦੇ ਨੇੜਲੇ ਲੋਕ ਵਾਂਝੇ ਰਹਿ ਜਾਣਗੇ। ਪਰ ਜਿੱਥੇ ਜਿੱਥੇ ਉਹਦਾ ਪ੍ਰਕਾਸ਼ ਜਾ ਰਿਹਾ, ਸਾਰੇ ਲੋਕ ਆਪਣੀ ਜ਼ਿੰਦਗੀ ਵੇਖ ਲੈਣਗੇ ਉਹਦੀ। ਸਤਿਗੁਰੂ ਨੇ ਪਹਿਲਾਂ ਤੋੜਿਆ। ਤੁਸੀਂ ਪੰਜਾਬ ਵਿੱਚ ਜਾਓਗੇ, ਕਈ ਡੇਰੇ, ਕਈ ਨਵੇਂ ਮਤ ਨਿਕਲੇ ਨੇ, ਕਿਉਂਕਿ ਮਸਲਾ ਹੈ ਲੋਕ ਕਿੰਨੇ ਇਕੱਠੇ ਕਰਨੇ ਨੇ। ਬੋਰਡ ਲੱਗਾ ਹੋਇਆ, ਧਰਮ ਕਹਿੰਦੇ ਜੋੜਤਾ ਹੈ, ਤੋੜਤਾ ਨਹੀਂ। ਧਰਮ ਪਹਿਲਾਂ ਤੋੜਦਾ, ਪਰਤ ਕੇ ਜੋੜਦਾ ਹੈ, ਪਹਿਲਾਂ ਭੰਨੇਗਾ। ਇਹ ਧਰਮ ਜਾਲੀ ਨੇ, ਜਿਹੜੇ ਕਹਿੰਦੇ ਜਿਵੇਂ ਦਾ ਬੰਦਾ ਹੈ, ਜੋ ਹੈ, ਸਾਰਿਆਂ ਨੂੰ ਵਿੱਚ ਗਿਣਤੀ ਵਧਾਉਣੀ, ਨੌਕਰੀ ਭਰਤੀ ਕਰਨੀ ਹੈ, ਲੋਕ ਵਧਾਉਣੇ ਨੇ। ਨਾਲੇ ਉਹਨਾਂ ਨੂੰ ਕਿਹਾ ਵੀ ਜਾਂਦਾ ਵੀ ਤੁਹਾਡਾ ਡੇਰਾ ਓਨਾ ਹੀ ਵੱਡਾ ਕਰ ਦਿਆਂਗੇ ਜਿੰਨੇ ਲੋਕ ਤੁਸੀਂ ਇਕੱਠੇ ਕਰ ਲਓ, ਕਿਉਂਕਿ ਉਹ ਡੇਰਾ ਉਹਨਾਂ ਦਾ ਰੱਬ ਨੇ ਨਹੀਂ ਬਣਵਾਇਆ, ਉਹਨਾਂ ਦੇ ਰੱਬ ਕਿਤੇ ਉੱਥੇ ਹੋਰ ਰਹਿੰਦੇ ਨੇ।
ਉਹ ਡੇਰੇ ਤਾਂ ਬਹੁਤੇ ਬਣਵਾਏ ਗਏ। ਇਹ ਮੈਂ ਉਹਨਾਂ ਡੇਰਿਆਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਗੁਰਮਤ ਨਾਲ ਜੋੜ ਰਹੇ ਨੇ, ਕਿਉਂਕਿ ਉਹ ਵੀ ਹੈ। ਜਿਹੜਾ ਨੇ ਇਹ ਕਿਹਾ ਵੀ ਤੁਸੀਂ ਸਾਨੂੰ ਲੋਕ ਇਕੱਠੇ ਕਰਕੇ ਵਿਖਾਓ ਕਿੰਨਾ ਬੈਂਕ ਹੈ ਤੁਹਾਡਾ, ਕਿੰਨੇ ਵੋਟ ਨੇ ਤੁਹਾਡੇ ਬੈਂਕ ਵਿੱਚ, ਉਹਨਾਂ ਤੁਹਾਨੂੰ ਵੱਡਾ ਕਰ ਦਿਆਂਗੇ, ਉਹਨੀਆਂ ਤੁਹਾਨੂੰ ਸਹੂਲਤਾਂ ਦੇ ਦਿਆਂਗੇ, ਉਹਨਾਂ ਤੁਹਾਨੂੰ ਮੀਡੀਆ ਦੇ ਦਿਆਂਗੇ। ਬਸ ਇਹ ਕਾਰਨ ਹੈ। ਪਰ ਜਿੱਥੇ ਧਰਮ ਹੁੰਦਾ ਉੱਥੇ ਗਿਣਤੀ ਦਾ ਸਵਾਲ ਨਹੀਂ। ਸਤਿਗੁਰੂ ਨੇ ਕਿਹਾ ਪਹਿਲਾਂ ਤੋੜਾਂਗਾ, ਪਹਿਲਾਂ ਮੈਂ ਤੈਨੂੰ ਭੰਨਾਂਗਾ, ਭੰਨਣ ਤੋਂ ਬਾਅਦ ਫਿਰ ਬਣਾਵਾਂਗਾ, ਫਿਰ ਨਵੀਂ ਜ਼ਿੰਦਗੀ ਵੇਖ ਕਿਵੇਂ ਫਿਰ ਚੜ੍ਹਾਈ ਹੁੰਦੀ ਨਵੀਂ। ਸਤਿਗੁਰੂ ਨੇ ਪਹਿਲਾਂ ਤੋੜਿਆ, ਪਹਿਲਾਂ ਭੰਨਿਆ, ਜਿੱਥੇ ਗਏ ਉੱਥੋਂ ਪਹਿਲਾਂ ਮੈਲ ਕੱਢੀ ਤੇ ਫਿਰ ਜੀਵਨ ਦੀ ਰੌਂ। ਉਹ ਤੇ ਬੰਦੇ ਵਿੱਚ ਪਹਿਲਾਂ ਹੀ ਹੈ, ਉਹਨੂੰ ਬਾਹਰੋਂ ਪਾਉਣਾ ਪੈਂਦਾ ਹੀ ਨਹੀਂ। ਖਿਆਲ ਰੱਖ, ਜਿਹੜਾ ਜੀਵਨ ਬ੍ਰਹਮ ਗਿਆਨੀ ਵਿੱਚ ਹੁੰਦਾ ਸਾਡੇ ਵਿੱਚ ਹੈ, ਉਹਨੇ ਇਹ ਨਹੀਂ ਵੀ ਬਾਹਰੋਂ ਲਿਆਉਣਾ, ਕਿਤੇ ਬਾਹਰੋਂ ਨਹੀਂ ਲਿਆਉਣਾ, ਸਿਰਫ ਇਹਨੂੰ ਸਿਸਟਮ ਵਿੱਚ ਲਿਆਉਣਾ ਹੈ। ਸਿਰਫ ਜ਼ਿੰਦਗੀ ਨੂੰ ਸਿੰਬਲ ਠੀਕ ਕਰਨਾ ਹੈ। ਗਲਤ ਥਾਵਾਂ ਤੇ ਜਿਹੜੀ ਜੀਵਨ ਸ਼ਕਤੀ ਲੱਗ ਗਈ ਉਹਨਾਂ ਦੇ ਥਾਂ ਬਦਲਨੇ ਹੁੰਦੇ ਹੈ। ਤੇ ਸਾਰਾ ਕੁਝ ਮਨੁੱਖ ਦੇ ਅੰਦਰ ਹੀ ਸਭ ਕੁਝ ਘਰਮ ਹੈ। ਬਾਹਰ ਨਾਹੀ ਬਾਹਰ ਟੋਲੇ ਸੋ ਭਰਮ ਭੁਲਾਹੀ। ਤਾਂ ਸਤਿਗੁਰੂ ਜਿਹੜੇ ਜਿਹੜੇ ਤੀਰਥ ਤੇ ਗਏ ਉੱਥੇ ਦੋ ਕੰਮ ਕੀਤੇ ਨੇ। ਪਹਿਲਾਂ ਤਰਕ ਕੀਤਾ, ਪਹਿਲਾਂ ਸਵਾਲ ਕੀਤੇ, ਫਿਰ ਉੱਥੇ ਸੰਵਾਦ ਕੀਤਾ, ਪਹਿਲਾਂ ਵਿਵਾਦ ਕੀਤਾ, ਫਿਰ ਜੋੜਿਆ। ਦੋ ਕੰਮ ਇਕੱਠੇ ਨੇ ਸਿੱਖੀ ਵਿੱਚ। ਮੈਂ ਛੋਟੇ ਜਿਹੇ ਸ਼ਬਦਾਂ ਵਿੱਚ ਫਿਰ ਦੁਹਰਾ ਦਿਆਂ। ਗੁਰਸਿੱਖੀ ਦੀ ਆਰੰਭਤਾ ਦੇ ਵਿੱਚ ਸਵਾਲ ਹੋਣਾ ਚਾਹੀਦਾ, ਤਰਕ ਹੋਣਾ ਚਾਹੀਦਾ, ਪਰ ਅਗਲੇ ਹਿੱਸੇ ਵਿੱਚ ਸ਼ਰਧਾ ਹੋਣੀ ਚਾਹੀਦੀ, ਅਗਲੇ ਹਿੱਸੇ ਵਿੱਚ ਜੋੜ ਹੋਣਾ ਚਾਹੀਦਾ। ਜੇ ਜੁੜਿਆ ਨਹੀਂ, ਕੱਲਾ ਤੋੜ ਦਿੱਤਾ। ਹੁਣ ਸਾਡੇ ਵਿੱਚ ਵੀ ਇਹ ਮਨ ਦੀ ਆਦਤ ਹੁੰਦੀ ਹੈ, ਕਿਤੇ ਕਿਤੇ ਵੱਧ ਜਾਂਦਾ। ਮੈਂ ਕਈ ਬੁਲਾਰਿਆਂ ਵਿੱਚ ਵੇਖਿਆ ਕੱਲਾ ਹੀ ਤਰਕ ਹੈ, ਕੱਲਾ ਖੰਡਣ ਨਹੀਂ ਖੰਡਣ ਹੈ, ਕੱਲਾ ਹੀ ਸੁਣਾਇਆ ਜਾਂਦਾ ਤੁਸੀਂ ਇਹ ਵੀ ਨਹੀਂ ਕਰਨਾ, ਤੁਸੀਂ ਇਹ ਵੀ ਨਹੀਂ ਕਰਨਾ, ਤੁਸੀਂ ਇਹ ਵੀ ਨਹੀਂ ਕਰਨਾ। ਅੱਗੇ ਜਾ ਕੇ ਇਹ ਨਹੀਂ ਕਿਹਾ ਜਾਂਦਾ ਵੀ ਤੁਸੀਂ ਕਰਨਾ ਕੀ ਹੈ, ਕੀ ਕਰਨਾ। ਉਹ ਬੜਾ ਜ਼ਰੂਰੀ ਹੈ, ਕਿਉਂਕਿ ਜੀਵਨ ਸ਼ਕਤੀ ਹੈ, ਇਹਨੂੰ ਕੁਝ ਨਾ ਕੁਝ ਕਰਨਾ ਪਏਗਾ। ਜੇ ਨਹੀਂ ਕਰਦੇ ਵਿਸਫੋਟ ਹੋ ਜਾਏਗਾ ਜ਼ਿੰਦਗੀ ਦਾ। ਰਾਹ ਚਾਹੀਦਾ। ਤਾਂ ਸਤਿਗੁਰੂ ਨੇ ਜਿੱਥੇ ਕਿਹਾ ਨਾ ਵੀ ਤੁਸੀਂ ਇਹਨਾਂ ਚੀਜ਼ਾਂ ਨੂੰ ਪਰਹੇਜ਼ ਕਰਨਾ ਹੈ, ਉੱਥੇ ਨਾਲ ਕਿਹਾ ਕਿ ਤੁਸੀਂ ਰੱਬ ਦੇ ਚਰਨਾਂ ਨਾਲ ਸ਼ਬਦ ਦੁਆਰਾ ਸਾਂਝ ਪਾਉਣੀ ਹੈ। ਇਹ ਸੰਪੂਰਨ ਸਿਧਾਂਤ ਦੇ ਦਿੱਤਾ। ਜੇ ਮਨੁੱਖ ਕਰਦਾ ਕੁਝ ਨਹੀਂ, ਇਕੱਲੇ ਤਰਕ ਕਰੀ ਜਾਂਦਾ, ਉਹ ਬਿਲਕੁਲ ਵਿਅਰਥ ਹੋ ਗਿਆ। ਇਸ ਕਰਕੇ ਗੁਰੂ ਬਾਬਾ ਜੀ ਜਿਹੜੇ ਤੀਰਥਾਂ ਤੇ ਗਏ ਨੇ, ਫਿਰ ਕੇ ਵੇਖੇ ਮੇਲਿਆਂ ਤੇ, ਪੂਰਬਾਂ ਤੇ ਬਹੁਤ ਮੇਲੇ ਲੱਗਦੇ ਸਨ। ਪੁਰਬ ਦਾ ਅਰਥ ਹੈ ਮੇਲਾ। ਤਾਂ ਹੀ ਸ਼ਾਇਦ ਸੱਚੇ ਪਾਤਸ਼ਾਹ ਨੇ ਸਿੱਖ ਕੌਮ ਨੂੰ ਮੇਲਾ ਤਾਂ ਦਿੱਤਾ, ਪਰ ਜਦੋਂ ਮੇਲਾ ਦਿੱਤਾ ਉਹਦੇ ਨਾਲ ਅੱਗੇ ਸ਼ਬਦ ਲਾ ਦਿੱਤਾ ਜੋੜ। ਆ 13 ਪੋਹ ਨੂੰ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਹੁੰਦਾ ਤੇ ਉੱਥੇ ਵੀ ਮੇਲਾ ਹੀ ਹੈ। ਮੈਂ ਦੁਪਹਿਰ ਵੀ ਬੇਨਤੀ ਕੀਤੀ ਸੀ, ਮੇਲਾ ਹੈ, ਮੇਲਾ ਤੇ ਹੈ, ਅੱਗੇ ਸ਼ਬਦ ਲਾ ਦਿੱਤਾ ਜੋੜ। ਇਹਦਾ ਮਤਲਬ ਸੀ ਮੇਲੇ ਤੇ ਆਉਣ ਵਾਲਿਆ, ਇਹ ਦੱਸ ਕੱਲੇ ਮੇਲੇ ਤੇ ਆਏ ਕਿ ਜੋੜ ਮੇਲੇ ਤੇ ਆਏ। ਜੇ ਤੇ ਤੂੰ ਜੋੜ ਮੇਲੇ ਤੇ ਆਇਆ ਫਤਿਹਗੜ੍ਹ ਸਾਹਿਬ, ਫਿਰ ਜਦੋਂ ਆਇਆ ਸੈਂ ਉਦੋਂ ਸ਼ਾਇਦ ਟੁੱਟਾ ਹੋਵੇ, ਉਦੋਂ ਸ਼ਾਇਦ ਮੇਲੇ ਵਿੱਚ ਆਇਆ ਹੋਵੇ। ਜਦੋਂ ਵਾਪਸ ਮੁੜੇਗਾ ਉਦੋਂ ਜੁੜ ਕੇ ਮੁੜੇਗਾ ਤੂੰ ਬਾਬਾ ਫਤਿਹ ਸਿੰਘ ਨਾਲ, ਬਾਬਾ ਜੋਰਾਵਰ ਸਿੰਘ ਨਾਲ, ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਗ੍ਰੰਥ ਸਾਹਿਬ ਦੇ ਨਾਲ। ਤੇਰੇ ਚਿਹਰੇ ਤੇ ਵਾਪਸੀ ਹੋਵੇਗੀ ਸਿੱਖੀ ਦੀ। ਮੇਲਾ ਸਫਲ ਹੋ ਗਿਆ, ਉਪਯੋਗ ਕੀਤਾ ਜਾ ਸਕਦਾ। ਇਹ ਨਹੀਂ, ਸੱਚਾਈ ਤੇ ਹੈ ਬੰਦੇ ਦੀ ਸੋਚ ਉਸਾਰੂ ਹੋ ਜਾਏ। ਧਰਮ ਦੇ ਵੀ ਜਿੰਨੇ ਕਰਮ ਨੇ ਉਹਨਾਂ ਨੂੰ ਠੀਕ ਵਰਤ ਲਈਏ, ਉਹ ਕੰਮ ਦੇ ਸਕਦੇ ਨੇ, ਕੋਈ ਸ਼ੱਕ ਨਹੀਂ। ਮੇਲਾ ਵੀ ਜੋੜ ਹੋ ਸਕਦਾ ਹੈ, ਪਰ ਜੇ ਮੇਲੇ ਤੇ ਜਾਂਦੇ ਰਹੇ ਮੇਲਾ ਮੇਲਾ ਹੀ ਰਹਿ ਗਿਆ, ਸਿਰਫ ਜੋੜ ਮੇਲਾ ਨਹੀਂ ਬਣਿਆ। ਮੇਲੇ ਤੇ ਗਿਆ ਸੀ ਸਿੱਖ, ਜੋੜ ਮੇਲਾ ਬਣ ਗਿਆ, ਗੁਰੂ ਨਾਲ ਜੁੜ ਕੇ ਆਇਆ। ਦੀਵਾਲੀ ਤੇ ਗਿਆ ਸੀ ਸਿੱਖ, ਅੰਮ੍ਰਿਤਸਰ ਦੀ ਦੀਵਾਲੀ ਵੇਖਣ, ਦੀਵਾਲੀ ਵੇਖਣ ਗਿਆ ਸੀ, ਗੁਰੂ ਗ੍ਰੰਥ ਸਾਹਿਬ ਜੀ ਤੋਂ ਦੀਵਾ ਲੈ ਕੇ ਆਇਆ, ਜ਼ਿੰਦਗੀ ਵਿੱਚ ਚਾਨਣ ਆ ਗਿਆ, ਦੀਵਾਲੀ ਆ ਗਈ, ਦੀਵਾਲੀ ਮਨਾਈ ਗਈ, ਦੀਵਾ ਜਗ ਪਿਆ, ਸਮਝ ਆ ਗਈ।
जिंदगी जाग पई, वापस मुड़िया। हुण दिवाली शराबां पीण वाली नहीं रही। हुण दिवाली एक उच्चे जीवन नाल जुड़ गई। सवेरे अमृत वेले जागदा, इशनान पानी करके बाणी पढ़दा, नितनेम करदा, जिंदगी विचों सुगंध ही आउण लग पई दुर्गंधी दे थां ते। दिवाली काम आ गई। कोई भी त्योहार है उहनूं ਅਸੀਂ ठीक भी वरत सकते, उसनूं ਅਸੀਂ गलत भी वरत सकते। मैं इत्थों तक बेनती करा, जिस त्योहार दे विच कोई पाखंड ना होवे, जिहड़े सतगुरु ने सानूं दिते ने, जे असी खुद नहीं ठीक तो त्योहार ने साडा कुछ नहीं सवारना। चलो असी इन्हां त्योहारां दा ते खंडन करदे ना भी दिवाली इस धर्म का त्यौहार है, दशहरा उहदा त्यौहार है, आ मस्या इहदी है, संगरांद इहदी है, क्योंकि खंडन हो सकता है। ये त्यौहार माड़े ने। साध संगत जी, जे साडी सोच उसारू नहीं तो बाबे नानक का गुरपुरब भी साडा कुछ नहीं सवारेगा। असीं उत्थे भी जाके गल ते बंदे ते खड़ी है ना, किदन बदलदा है। गुरपुरब वाले दिन बदल जाए तो गुरपुरब है, नहीं बदलिया तो वो वास्ते गुरपुरब नहीं, जिहड़ा बदलिया वो वास्ते है, उन्हें मना लिया। शब्द चुन चुन के नाल जोड़े गए ने, शब्द वरत्या गया। आए साल बाद दिन आउंदा सी, कहने गुरपुरब मनाउणा है, मनाउण दा संबंध रुस्से नाल है। गुरु नूं मनाउण वाला दिन, गुरु दा रुस्सेवा दूर करना, ये तां चीज़ां सारे कर्म दिते गए। आदमी इन्हां चीज़ां दी ठीक वरतों करे। जेड़े दिन जागया, जे गुरपुरब वाले दिन गुरु की सिक्ख्या धारण कर ली, गुरपुरब सफल हो गया। किसी दिन भी कर ले, कोई भी दिन, सारे महादिवस मूर्त भले। तो इत्थे कह रहे ने बाबा जी सारे तीर्थां ते गए, चक्कर लाया, तीर्थ पुरब सबे फिर देखा, फिर के वेखे सारे। उत्थे जाके की वेख्या, पुरब धर्म बहु कर्म कर। पुरब धर्म का अर्थ है जिहड़े धर्म पहला पैदा हो चुके सन, उन्हां दीयां सिक्ख्यावां पईयां सन, पढ़न वाले पढ़ देंदे सन, व्याकरण अनुसार अर्थ कर देंदे सन, सुनने वालियां नूं याद हो गया सन। रेल की पटड़ी ते चलदा सी सारा कुछ। की हुंदा सी, वेदी वेद पढ़ते सन, सिमरतियां शास्त्र पढ़ देंदे सन। पूर्व धर्म बहुत समय तो चल रही रवायतां, ਉਹਦੇ व्याख्याकार सिख लेंदे सन, पढ़ लेंदे सन, सुन वालियां नूं सुना सुना के याद कर दित्तियां सन, उन्हां नूं भी याद हो गईयां सन। वो भी कहंदे सन असीं धर्मी हो गए। बोलण वाले कहंदे सन जी आ बंदे बड़े धर्मी जी, इन्हां नूं ते हुण कथा भी आउण लग पई। ख्याल महसूस ना करना, बहुत सारे साडे हंकार ने। असी चीज़ों को याद करके सोचने तो कहने वाले भी कहते बड़ी वड्डी गल है, चंगियां गल्लां नहीं। ख्याल रखो, किसी चीज़ को याद रख लेना बहुत चंगी गल है, पर जदों जीवन में आवे। मैं जदों शुरू में, क्योंकि लुधियाने बारे प्रसिद्ध है कि जिवें गुरु साहब गए सन ना मुल्तान, तो उत्थे पीरां ने कटोरा भर के भेजा सी भी इत्थे पहले ही बड़े ने, तुसीं ना आया जी। कटोरा कंढिया तक। तो मैं जदों फिरदा फिरदा उत्थे गया, गुरु साहब ने ड्यूटी लाई, उत्थे भी हालत यही सी। जदों मैं गया तो मैनूं यही संगत दे सिंह मिल भी इत्थे थोड़ा जिहा वेख के बोलिया जी, क्यों जेड़े पासों लंघो अगे कथावाच खड़े, ज्ञान बड़ा इत्थे। मैं कहा चलो जिन्ना जिन्ना किसी को तोरिया तुरेगा। कुदरती वड्डी थां सी गुरुद्वारा साहब दूखनवान, बड़ी चिर की कथा होंदी सी। मैं उत्थे कथा करन लगा तो मैं जे पंक्ति शुरू करा, श्रोते पहले ही बोलते हैं पंक्ति। मैं जे शुरू करा, मैं क्या भी एक बेनती मैं करा, जां कथा तुसीं कर लो जां मैं कर लेना। गुस्सा लगना तुहानूं। मैं क्या कथा का मतलब पाठ नहीं, जे तुसीं ये कीर्तन करना, जोटियां वाला कीर्तन है गुरमत विच, मैं अगे बोलना तुसीं पिछे बोलो, स्वाद आ जाएगा। पर कथा का मतलब है चीज़ की उन्होंने कथना, यानी कि उन्होंने समझना।
पंक्तियां पढ़नियां नहीं ਉਹਦਾ अर्थ ਉਹਨੂੰ ਅਸੀਂ ਸਮਝਣਾ ਵੀ ਉਹਦੇ ਵਿੱਚ ਸਰਲ ਭਾਸ਼ਾ ਵਿੱਚ ਕੀ ਹੈ। ਹੁਣ ਮੈਨੂੰ ਪਤਾ ਸੀ ਵੀ ਬਾਹਰ ਨਿਕਲ ਕੇ ਸਤਿਕਾਰ ਥੋੜ੍ਹੀ ਮਿਲਣਾ, 20 ਸਾਲਾਂ ਦੀ ਬਣੀ ਰਵਾਇਤ ਨੂੰ ਸੱਟ ਮਾਰਨੀ ਇੱਕੋ ਦਮ, ਹਾਰ ਥੋੜ੍ਹੀ ਪੈਣਾ ਉੱਥੇ। ਬਾਹਰ ਬੈਠੇ ਦਫ਼ਤਰ ਵਿੱਚ ਚਾਹ ਪਾਣੀ, ਉੱਥੇ ਆ ਕਹਿੰਦੇ ਜੀ ਤੁਸਾਂ ਤੇ ਸਾਡਾ ਭਾਵਨਾ ਹੀ ਸਾਰੀ ਤੋੜ ਦਿੱਤੀ, ਸਾਨੂੰ ਤੇ 20 ਸਾਲਾਂ ਤੋਂ ਸਾਰੇ ਇਹ ਕਹਿੰਦੇ ਸਨ ਤੁਹਾਡੇ ਵਰਗਾ ਤੇ ਸਰੋਤਾ ਹੀ ਕੋਈ ਨਹੀਂ। ਕਹਿੰਦੇ ਇੱਕ ਤੇ ਕਥਾਵਾਚਕ ਸਾਹਿਬ ਨੇ ਕਿਹਾ ਸੀ ਜੀ ਸਾਨੂੰ ਤੇ ਲੋੜ ਹੀ ਕੋਈ ਨਹੀਂ ਮਿਹਨਤ ਕਰਨ ਦੀ, ਕਥਾ ਤਾਂ ਤੁਸੀਂ ਹੀ ਕਰ ਦਿੰਦੇ ਹੋ। ਮੈਂ ਕਿਹਾ ਠੀਕ ਹੈ, ਤਾਂ ਹੀ ਮੈਂ ਕਿਹਾ ਉਹ ਸੁੱਤੇ ਰਹਿੰਦੇ ਨੇ, ਤੁਸੀਂ ਮਾਇਆ ਦੇ ਦਿਆ ਕਰੋ। ਲੋੜ ਕੀ ਪੜ੍ਹਨ ਦੀ, ਲੋੜ ਕੀ ਦੱਸਣ ਦੀ ਜ਼ਰੂਰਤ ਨਹੀਂ ਹੈ। ਇਹ ਸਾਰੀਆਂ ਚੀਜ਼ਾਂ ਸੁੱਤੇ ਹੋਏ ਮਨਾਂ ਵਿੱਚ ਚੱਲਦੀਆਂ ਰਹਿੰਦੀਆਂ। ਹੁਣ ਉਹ ਕੰਮ ਤੇ ਚੰਗਾ ਹੈ, ਤੁਸੀਂ ਕਹੋਗੇ ਵੀ ਇਹ ਕਿਹਾ ਜਾ ਰਿਹਾ ਬਾਣੀ ਨਾ ਯਾਦ ਕਰੋ, ਬਾਣੀ ਯਾਦ ਕਰਨੀ, ਕੰਠ ਕਰਨੀ ਬਹੁਤ ਚੰਗੀ ਜ਼ਰੂਰੀ ਚੀਜ਼। ਸਿੱਖ ਨੂੰ ਵੱਧ ਤੋਂ ਵੱਧ ਹੋਵੇ, ਜਿੰਨੀ ਬਾਣੀ ਕੰਠ ਉਹਨਾਂ ਚੰਗਾ, ਪਰ ਚੀਜ਼ਾਂ ਦੇ ਨਾਲ ਕਿਤੇ ਹੰਕਾਰ ਨਾ ਜੁੜੇ। ਹਰ ਇੱਕ ਥਾਂ ਤੇ ਗਲਤੀ ਹੋ ਸਕਦੀ। ਸਤਿਗੁਰੂ ਨੇ ਇਹਨਾਂ ਗਲਤੀਆਂ ਨੂੰ ਤੋੜਿਆ, ਸਾਨੂੰ ਜਗਾਇਆ। ਕਹਿੰਦੇ ਪੂਰਬ ਧਰਮ ਪਉ ਕਰਮ ਕਰ। ਪੂਰਬਲੇ ਧਰਮਾਂ ਦੀਆਂ ਵਿਆਖਿਆਵਾਂ ਆਚਾਰਿਆ ਜਿਹੜੇ ਸਨ ਯਾਦ ਕਰਦੇ ਸਨ ਤੇ ਲੋਕਾਂ ਨੂੰ ਯਾਦ ਕਰਾ ਦਿੰਦੇ ਸਨ। ਭਾਉ ਭਗਤ ਬਿਨ ਕਿਤਾ ਨਾ ਲਿਖ ਹੈ, ਪਰ ਉਹਨਾਂ ਵਿੱਚ ਪ੍ਰੇਮ ਨਹੀਂ ਸੀ ਆਉਂਦਾ, ਭਾਵਨਾ ਨਹੀਂ ਸੀ ਬਣਦੀ, ਪਿਆਰ ਨਹੀਂ ਸੀ ਬਣਦਾ, ਇਸ ਕਰਕੇ ਲੇਖੇ ਵਿੱਚ ਨਹੀਂ ਸੀ ਪੈਂਦਾ। ਅੱਗੇ ਕਹਿੰਦੇ ਭਾਉ ਨਾ ਬ੍ਰਹਮੈ ਲਿਖਿਆ, 4 ਵੇਦ ਸਿਮਰਤ ਪੜ ਪੇਖ ਹੈ। ਭਾਈ ਗੁਰਦਾਸ ਸਾਹਿਬ ਖੁਦ ਉਹਨਾਂ ਨੇ ਇਸ ਸਾਰੇ ਗ੍ਰੰਥਾਂ ਦਾ ਅਧਿਐਨ ਕੀਤਾ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਵੇਖਿਆ ਜਿਹੜੇ 4 ਵੇਦ ਨੇ ਬ੍ਰਹਮੇ ਨੇ ਲਿਖੇ, ਬ੍ਰਹਮਾ ਜੀ, ਉਹਨਾਂ ਦੇ ਵਿੱਚ ਗਿਆਨ ਤਾਂ ਹੈ, ਭਾਉ ਨਹੀਂ ਲਿਖਿਆ। ਭਾਉ ਦਾ ਅਰਥ ਹੈ, ਮੈਂ ਸਮਾਂ ਨਹੀਂ ਥੋੜ੍ਹੀ ਜਿਹੀ ਬੇਨਤੀ ਕਰਦੇ ਹਾਂ, ਜਾਣਕਾਰੀ ਦਾ ਅਰਥ ਹੈ ਇਸ ਬੰਦੇ ਦੀ ਬੁੱਧੀ ਪੂਰੀ ਤਰ੍ਹਾਂ ਕੰਮ ਕਰ ਰਹੀ ਹੈ। ਜਦੋਂ ਜਾਣਕਾਰੀ ਹੋਵੇਗੀ ਬੁੱਧੀ ਜਾਗੀ ਹੋਵੇਗੀ, ਜਾਣਕਾਰੀ ਉਹਨੂੰ ਕਹਿੰਦੇ ਨੇ। ਜਾਣਕਾਰੀ ਬੁੱਧੀ ਦਾ ਵਿਸ਼ਾ ਹੈ। ਪਰ ਸਾਧ ਸੰਗਤ ਦੀ ਜਦੋਂ ਪ੍ਰੇਮ ਅੰਦਰ ਆਉਂਦਾ ਉਦੋਂ ਹਿਰਦਾ ਚੱਲਦਾ ਬੰਦੇ ਦਾ। 2 ਚੀਜ਼ਾਂ ਨੇ, ਬੁੱਧੀ ਤੇ ਹਿਰਦੇ ਆ। ਪ੍ਰੇਮ ਆਵੇਗਾ ਹਿਰਦਾ ਚੱਲ ਪਏਗਾ। ਗਿਆਨ ਜਾਣਕਾਰੀ ਸਿਰਫ ਇੰਨੀ ਕਿ ਉਹ ਜਿਵੇਂ ਆਪਾਂ ਬਾਹਰ ਗੱਡੀਆਂ ਖੜੀਆਂ ਨੇ, ਸਲਫ ਦੇਣਾ, ਇੰਜਨ ਸਟਾਰਟ ਹੋ ਗਿਆ, ਬੜਾ ਜ਼ਰੂਰੀ ਹੈ। ਇੰਜਨ ਤੋਂ ਬਿਨਾਂ ਗੱਡੀ ਕਿਵੇਂ ਚੱਲੇਗੀ? ਉਹ ਪਹਿਲਾ ਸਟੈਪ ਹੈ ਗੱਡੀ ਨੂੰ ਚਲਾਉਣ ਦਾ। ਸਮਝਣਾ, ਸੁਣਨਾ, ਯਾਦ ਕਰਨਾ ਕਿਸੇ ਧਰਮ ਨੂੰ, ਇਹ ਉਹਦਾ ਸਲਫ, ਉਹਦਾ ਇੰਜਨ ਸਟਾਰਟ ਹੋ ਗਿਆ। ਹੁਣ ਇੰਜਨ ਸਟਾਰਟ ਹੋ ਗਿਆ। ਦੂਜਾ ਹਿੱਸਾ ਵੀ ਜਦੋਂ ਆਪਾਂ ਗੇਅਰ ਪਾਉਂਦੇ ਹਾਂ ਗੱਡੀ ਤੁਰਨੀ ਤਾਂ, ਨਹੀਂ ਤੇ ਭਾਵੇਂ ਸਾਰੀ ਉਮਰ ਉੱਥੇ ਖੜੀ ਰਹਿ ਚੱਲੀ ਜਾਏਗੀ, ਆਵਾਜ਼ ਵੀ ਆਈ ਰਹੇਗੀ, ਆਪਾਂ ਸਟੀਅਰਿੰਗ ਫੜ ਕੇ ਬੈਠੇ ਰਹਾਂਗੇ। ਧਰਮ ਦਾ ਪਹਿਲਾ ਹਿੱਸਾ ਸੁਣਨਾ, ਸਮਝਣਾ, ਚੰਗੀ ਤਰ੍ਹਾਂ ਕੋਖ ਲੈਣਾ, ਸਿੱਖਣਾ, ਇਹ ਹੈ ਸਮਝੋ ਇੰਜਨ ਜੀਵਨ ਦਾ ਸਟਾਰਟ ਹੋ ਗਿਆ। ਬੁੱਧੀ ਦੀ ਵਰਤੋਂ ਕੀਤੀ, ਅਕਲੀ ਸਾਹਿਬ ਸੇਵੀਏ ਅਕਲੀ ਪਾਈਆ ਮਾਂ। ਹੁਣ ਜਿਉਂ ਹੀ ਪ੍ਰੇਮ ਸ਼ੁਰੂ ਹੋਇਆ, ਗੇਅਰ ਪੈ ਗਿਆ, ਜ਼ਿੰਦਗੀ ਸਫ਼ਰ ਕਰਨੀ ਸ਼ੁਰੂ ਹੋ ਗਈ, ਥਾਂ ਬਦਲੇਗੀ, ਇੱਕ ਤੋਂ ਥਾਂ ਤਬਦੀਲੀ ਹੋਣੀ ਸ਼ੁਰੂ ਹੋ ਜਾਏਗੀ, ਮਨੁੱਖ ਕ੍ਰਾਂਤੀ ਆਵੇਗੀ ਉਹਦੇ ਜੀਵਨ ਵਿੱਚ। ਹਰ ਇੱਕ ਉਹਨੂੰ ਪਤਾ ਲੱਗੇਗਾ ਮੈਂ ਬਦਲਦਾ ਜਾ ਰਿਹਾ। ਉਹ ਫਿਰ ਦੂਸਰਾ ਹਿੱਸਾ ਪ੍ਰੇਮ ਹੈ। ਗੁਰੂ ਕਿਰਪਾ ਕਰੇ ਕਿਤੇ ਗੱਡੀ ਸਟਾਰਟ ਕਰਕੇ ਸਾਰੀ ਉਮਰ ਇੱਕੋ ਥਾਂ ਤੇ ਨਾ ਖੜੀ ਰਹੇ। ਇਸ ਕਰਕੇ ਸਤਿਗੁਰੂ ਕਹਿੰਦੇ ਬ੍ਰਹਮੇ ਨੇ ਜੋ ਲਿਖਿਆ ਸੀ ਉਹ ਬੁੱਧੀ ਨਾਲ ਸੰਬੰਧਿਤ ਵਿਚਾਰਾਂ ਸਨ, ਉਹਨੇ ਭਾਵ ਨਹੀਂ ਲਿਖਿਆ। ਭਾਈ ਗੁਰਦਾਸ ਜੀ ਕਹਿੰਦੇ ਪ੍ਰੇਮ ਨਹੀਂ ਸੀ ਉੱਥੇ। ਤਾਂ ਅੱਗੇ ਕਹਿੰਦੇ ਢੂੰਡੀ ਸਗਲੀ ਪ੍ਰਿਥਵੀ ਸਤਜੁਗ ਆਦ ਦੁਆਪਰ ਤ੍ਰੇਤਾ। ਸਤਿਗੁਰਾਂ ਨੇ ਦੁਆਪਰ ਤੇ ਸਤਜੁਗ ਤ੍ਰੇਤੇ ਤੋਂ ਲੈ ਕੇ ਜਿੰਨੇ ਧਾਰਮਿਕ ਥਾਂ ਸਨ ਉਹਨਾਂ ਥਾਵਾਂ ਤੇ ਜਾ ਕੇ ਵੇਖਿਆ ਵੀ ਕੀ ਉਪਦੇਸ਼ ਚੱਲ ਰਿਹਾ ਹੈ। ਸਾਰੇ ਥਾਵਾਂ ਤੇ ਲੋਕ ਸੰਸਾਰ ਨੂੰ ਸੱਦ ਕੇ ਦੱਸ ਰਹੇ ਸਨ, ਇਸ ਦੇਵਤੇ ਦੀ ਪੂਜਾ ਕਰੋ ਧਨ ਆ ਜਾਏਗਾ, ਇਸ ਦੇਵਤੇ ਦੀ ਪੂਜਾ ਕਰੋ ਜੇ ਤੁਸੀਂ ਰਾਜਗੱਦੀ ਲੈਣੀ ਹੈ, ਇਸ ਦੇਵਤੇ ਦੀ ਪੂਜਾ ਕਰੋ ਇਹ ਮਿਲ ਜਾਏਗਾ, ਇਹਦੇ ਤੋਂ ਇਹ ਮਿਲ ਜਾਏਗਾ। ਇਹ ਚੱਲ ਰਿਹਾ ਸੀ। ਇਹ ਵੇਖਿਆ
ਉੱਥੇ ਇਹ ਨਹੀਂ ਸੀ ਚੱਲਦਾ ਵੀ ਕੋਈ ਇੱਕ ਪਰਮਾਤਮਾ ਸਾਡੇ ਜੀਵਨ ਦੇ ਵਿੱਚ ਹੈ। ਜਿੰਨਾ ਚਿਰ ਤੁਸੀਂ ਉਸ ਜੋਤ ਨੂੰ ਨਹੀਂ ਜਗਾਉਂਦੇ, ਜੀਵਨ ਮੁਰਦਾ ਰਹੇਗਾ। ਇਹ ਨਹੀਂ ਸੀ ਦੱਸਿਆ ਜਾਂਦਾ। ਇਹ ਸਤਿਗੁਰੂ ਨੇ ਊਣਤਾਈ ਵੇਖੀ ਤੇ ਉੱਥੇ ਜਾ ਕੇ ਉਹਨਾਂ ਨੂੰ ਜਗਾਇਆ। ਭਾਈ, ਇਹ ਸੰਸਾਰ ਤੱਕ ਸੀਮਤ ਰਹਿਣ ਵਾਲੀਆਂ ਪੂਜਾਵਾਂ ਪਰਮਾਤਮਾ ਨੂੰ ਚੰਗੀਆਂ ਨਹੀਂ ਲੱਗਦੀਆਂ। ਉਹਦੀ ਯਾਦ, ਉਹਦਾ ਪ੍ਰੇਮ, ਉਹਦੇ ਤੋਂ ਬਿਨਾਂ ਜੀਵਨ ਨਹੀਂ। ਔਰ ਉਹ ਕਿਸੇ ਸਥਾਨ ਦੀ ਕੈਦ ਵਿੱਚ ਕਿਸੇ ਥਾਂ ਦੇ ਨਾਲ ਸੰਬੰਧਿਤ ਨਹੀਂ ਵੀ ਕਿਸੇ ਇਮਾਰਤ ਨਾਲ ਪਰਮਾਤਮਾ ਦਾ ਬਹੁਤਾ ਸੰਬੰਧ ਹੈ। ਉਹ ਤੁਹਾਡੇ ਜੀਵਨ ਦੇ ਵਿੱਚ ਉੱਥੋਂ ਲੱਭੋ। ਇਹਦੇ ਤੋਂ ਵੱਡਾ ਹੋਰ ਥਾਂ ਕਿਹੜਾ ਉਹ ਲੱਭਣ ਦਾ? ਜਿੱਥੇ ਆਦਮੀ ਜੀ ਰਿਹਾ, ਧੜਕ ਰਿਹਾ, ਉਹਦਾ ਜੀਵਨ ਚੱਲ ਰਿਹਾ, ਉੱਥੇ ਤੇ ਉਹ ਹੈ। ਉਹਨੂੰ ਸਾਫ਼ ਕਰੋ, ਉਹਨੂੰ ਸੋਧੋ ਆਪਣੇ ਅੰਦਰਲੇ ਨੂੰ, ਉੱਥੋਂ ਉਹਦੇ ਨਾਲ ਮਿਲੋ ਔਰ ਜੀਵਨ ਨੂੰ ਠੀਕ ਜੀਵੋ। ਜਦੋਂ ਜੀਵਨ ਠੀਕ ਜੀਵੋਗੇ, ਮੌਤ ਆਪੇ ਠੀਕ ਆ ਜਾਣੀ। ਜੀਵਨ ਹੀ ਠੀਕ ਨਹੀਂ, ਮੌਤ ਕਿੱਥੋਂ ਠੀਕ ਆਉਣੀ? ਐਵੇਂ ਲੋਕ ਕਹਿੰਦੇ ਰਹਿਣਗੇ ਜੀ ਤੁਹਾਨੂੰ ਜਦੋਂ ਮਰੋਗੇ ਸਭ ਠੀਕ ਹੋ ਜਾਏਗਾ। ਮਰਨ ਨਾਲ ਕੁਝ ਠੀਕ ਨਹੀਂ ਹੋਣਾ। ਜਿਵੇਂ ਦੇ ਅਸੀਂ ਹੁਣ ਹਾਂ, ਮੌਤ ਤੋਂ ਬਾਅਦ ਉਸੇ ਤਰ੍ਹਾਂ ਦੇ ਰਹਿਣਾ। ਮੌਤ ਦਾ ਅਰਥ ਹੁਣ ਤੁਸੀਂ ਵਿਕਾਸ ਹੀ ਨਹੀਂ ਕਰ ਸਕਦੇ। ਜਦੋਂ ਸਾਧਨ ਹੀ ਹੱਥ ਵਿੱਚੋਂ ਨਿਕਲ ਗਿਆ, ਜਿਹੜਾ ਸਰੀਰ ਹੈ ਜਿਹਨੇ ਕੰਮ ਕਰਨਾ ਸੋਧਨ ਦਾ ਜ਼ਿੰਦਗੀ ਨੂੰ, ਸਾਧਨ ਤੇ ਟੁੱਟ ਗਿਆ, ਪਰਤ ਕੇ ਕਿੱਥੋਂ ਬੰਦਾ ਬਦਲੇਗਾ? ਜਿਵੇਂ ਦੇ ਅਸੀਂ ਹੋਣਾ ਫਿਰ ਉਵੇਂ ਦੇ ਹੋਵਾਂਗੇ। ਇਸ ਲਈ ਕਹਿੰਦੇ ਸਾਰੀ ਪ੍ਰਿਥਵੀ ਨੂੰ ਸਤਿਗੁਰੂ ਨੇ ਵੇਖਿਆ, ਘੋਖਿਆ। ਉੱਥੇ ਰੱਬ ਦੀ ਗੱਲ ਤੋਂ ਬਿਨਾਂ ਸੰਸਾਰ ਦੀਆਂ ਕਿਰਿਆਵਾਂ ਚੱਲਦੀਆਂ ਸਨ। ਕਲਯੁਗ ਧੁੰਦੂ ਘਰ ਹੈ, ਭਰਮ ਭੁਲਾਈ ਬਹੁ ਵਿਧ ਭੇਖ ਹੈ। ਕਲਯੁਗ ਦੇ ਹਨੇਰੇ ਵਿੱਚ ਇਕੱਲੇ ਸਿਰਫ ਧਰਮ ਦੇ ਚਿੰਨ੍ਹਾਂ ਦੇ ਭੇਦ ਪਾ ਪਾ ਕੇ ਲੋਕ ਰੱਬ ਦੇ ਪਿਆਰ ਤੋਂ ਸੱਖਣੇ ਹੋ ਗਏ। ਔਰ ਇਸ ਤਰ੍ਹਾਂ ਰੱਬ ਦੇ ਭਾਵ ਤੋਂ, ਪ੍ਰੇਮ ਤੋਂ ਖਾਲੀ ਜੀਵਨ, ਅੰਦਰੋਂ ਬੇਚੈਨ ਸਨ। ਭੇਖੀ ਪ੍ਰਭੂ ਨਾ ਪਾਈਐ, ਆਪ ਗਵਾਏ ਰੂਪ ਨਾ ਰੇਖੈ। ਭੇਖ ਨਾਲ ਕਹਿੰਦੇ ਰੱਬ ਨਹੀਂ ਮਿਲਦਾ। ਹੁਣ ਇਹ ਜਿੰਨੇ ਵਿਚਾਰ ਨੇ ਨਾ, ਖਿਆਲ ਰੱਖੋ, ਸਮੇਂ ਅਨੁਸਾਰ ਬੰਦੇ ਨੂੰ ਡੋਜ਼ ਦਿੱਤੀ ਜਾਂਦੀ ਹੈ। ਹੁਣ ਜਦੋਂ ਭੇਖ ਦਾ ਖੰਡਨ ਹੁੰਦਾ ਹੈ ਤੇ ਜੇ ਅਸੀਂ ਅੰਮ੍ਰਿਤ ਨਹੀਂ ਨਾ ਪਾਨ ਕਰਨਾ, ਅਸੀਂ ਕਹਿੰਦੇ ਵੇਖੋ ਬਾਣੀ ਕਹਿੰਦੀ ਜੇ ਭੇਖ। ਯਾਦ ਰੱਖੀਏ, ਦਵਾਈ ਉਸ ਮਰੀਜ਼ ਨੂੰ ਉਹ ਹੀ ਦਿੱਤੀ ਜਾਂਦੀ ਜਿਹੜੇ ਰੋਗ ਦਾ ਸ਼ਿਕਾਰ ਹੈ। ਭੇਖ ਦਾ ਖੰਡਨ ਉਹਨਾਂ ਦਾ ਕਰ ਰਹੇ ਨੇ ਜਿਨ੍ਹਾਂ ਭੇਖ ਪਾਇਆ ਤੇ ਨਾਮ ਤੋਂ ਸੱਖਣੇ ਨੇ। ਜਿਨ੍ਹਾਂ ਨਹੀਂ ਪਾਇਆ ਉਹਨਾਂ ਨੂੰ ਨਹੀਂ ਕਹਿ ਰਹੇ ਵੀ ਤੁਸੀਂ ਭੇਖ ਨਾ ਪਾਓ, ਕਿਉਂਕਿ ਭੇਖ ਤੋਂ ਰੱਬ ਦਾ ਹੋਣੀ। ਕੱਪੜਿਆਂ ਤੋਂ ਸ਼ੁਰੂਆਤ ਹੋਣੀ ਹੈ। ਧਰਮ ਦੇ ਕੱਪੜੇ ਪਾਉਣੇ ਪੈਣਗੇ। ਜਿਹੜੇ ਬੰਦੇ ਨੂੰ ਬੁਖਾਰ ਚੜਿਆ, ਬੁਖਾਰ ਦੀ ਦਵਾਈ ਉਹਨੂੰ ਦਿੱਤੀ ਜਾਂਦੀ, ਦੂਜੇ ਨੂੰ ਨਹੀਂ। ਜਿਹੜਾ ਮਨੁੱਖ ਭੇਖਤਾਰੀ ਹੋ ਕੇ ਕਿਸੇ ਧਰਮ ਦੇ ਚਿੰਨ੍ਹ ਪਾਉਂਦਾ ਹੈ ਤੇ ਫਿਰ ਉੱਥੇ ਖਲੋ ਜਾਂਦਾ ਹੈ, ਇਹ ਉਹਨੂੰ ਕਹਿ ਰਹੇ ਨੇ ਭੇਖ ਨਾਲ ਰੱਬ ਨੇ ਮਿਲਣਾ। ਪਰ ਯਾਦ ਰੱਖੀਏ, ਜਿਸ ਨੇ ਕਿਸੇ ਵੀ ਧਰਮ ਨੂੰ ਅਖਤਿਆਰ ਕਰਨਾ ਹੈ, ਅੱਜ ਤੱਕ ਧਰਤੀ ਦਾ ਕੋਈ ਵੀ ਧਰਮ ਭੇਖ ਦੇ ਚਿੰਨ੍ਹਾਂ ਤੋਂ ਨਹੀਂ ਬਚ ਸਕਿਆ। ਦੇਣੀ ਪਏਗੀ। ਵੈਸੇ ਕਿਵੇਂ ਹੋਏਗਾ? ਕੋਈ ਨਾ ਕੋਈ ਨਿਸ਼ਾਨੀ ਲਾਉਣੀ ਪਏ ਵੀ ਬੰਦਾ ਧਰਮੀ ਹੈ, ਕੋਈ ਨਾ ਕੋਈ ਨਿਸ਼ਾਨੀ। ਭੇਖ ਬੜਾ ਜ਼ਰੂਰੀ ਹੈ। ਭੇਖ ਬੰਦੇ ਨੂੰ ਰੋਕਦਾ। ਸਰੀਰ ਤੇ ਭੇਖ ਨਹੀਂ। ਤੁਸੀਂ ਦੂਰ ਨਾ ਜਾਓ, ਬੰਦਾ ਸਫ਼ਰ ਕਰਦਾ ਹੋਵੇ, ਰਾਹ ਵਿੱਚ ਕਈ ਵਾਰ ਮਨ ਕਰੇ ਵੀ ਫਲਾਣੇ ਥਾਂ ਤੋਂ ਫਲਾਣੀ ਚੀਜ਼ ਲੈ ਕੇ ਖਾ ਲਵਾਂ, ਪਰ ਉੱਥੇ ਪਤਾ ਮਨ ਕੀ ਸੋਚਦਾ ਵੀ ਵੇਖ ਹਜ਼ਾਰਾਂ ਲੋਕ ਤੈਨੂੰ ਵਹਿੰਦੇ ਨੇ, ਤੂੰ ਗੁਰੂ ਦਾ ਭੇਖ ਪਾਇਆ, ਲੋਕ ਕੀ ਕਹਿਣਗੇ? ਰੋਕਦੇ ਤਾਂ ਨਾ ਭੇਖ ਨੇ, ਉੱਥੇ ਭੇਖ ਸਹਾਇਤਾ ਕਰਦਾ ਹੈ। ਪਰ ਇੱਥੇ ਕਹਿ ਰਹੇ ਕੱਲਾ ਭੇਖ ਜਿੰਨਾ ਚਿਰ ਨਾਮ ਨਹੀਂ, ਤੈਨੂੰ ਆਨੰਦ ਨਹੀਂ ਦੇਗਾ। ਜਿੰਨਾ ਚਿਰ ਤੂੰ ਆਪ ਗਵਾਏ ਰੂਪ ਨਾ ਰੇਖੈ, ਜਿੰਨਾ ਚਿਰ ਤੂੰ ਆਪਣੇ ਹਉਮੈ ਨੂੰ ਖਤਮ ਨਹੀਂ ਕਰਦਾ। ਗੁਰਮੁਖ ਵਰਨ ਅਵਰਨ ਹੋਏ ਨਿਵ ਚੰਦਣਾ, ਗੁਰ ਸਿੱਖ ਵਸਿੱਖ। ਵਰਨ ਦਾ ਅਰਥ ਹੈ ਗਰੁੱਪ। ਸਾਰੇ ਗਰੁੱਪ ਉਹਨੂੰ ਗਾਉਣੇ ਪੈਣਗੇ, ਉਹਨੂੰ ਨਿਰਪੱਖ ਹੋਣਾ ਪਏਗਾ। ਉਹ ਕਿਸੇ ਇੱਕ ਗਰੁੱਪ ਦੇ ਨਾਲ ਬੱਝਾ ਹੋਇਆ ਨਹੀਂ, ਕਿਉਂਕਿ ਜਿਹੜਾ ਮਨੁੱਖ ਗਰੁੱਪਵਾਦੀ ਹੈ ਉਹਦੇ ਵਿੱਚ ਨੁਕਸ ਆ ਜਾਏਗਾ। ਉਹ ਆਪਣੇ ਗਰੁੱਪ ਨੂੰ ਚੰਗਾ ਕਹੇਗਾ, ਉਹਦੇ ਔਗਣਾਂ ਤੇ ਕੱਪੜੇ ਪਾਏਗਾ, ਦੂਜੇ ਦੇ ਗੁਨਾਹ ਕੱਢੇਗਾ। ਇਹ ਧਰਮ ਦੇ ਮਾਰਗ ਵਿੱਚ ਬੜਾ ਵੱਡਾ ਇੱਕ ਦੁੱਖ ਹੈ। ਗੁਰਮੁਖ ਜਿਹੜਾ ਉਹ ਵਰਨ ਤੋਂ ਅਵਰਨ ਹੋ ਜਾਂਦਾ, ਯਾਨੀ ਕਿ ਭੇਖਾਂ ਤੋਂ ਭਰਮਾਂ ਤੋਂ ਉੱਚਾ ਉੱਠ ਜਾਂਦਾ ਹੈ। ਉਹਦੀ ਜ਼ਿੰਦਗੀ ਵਿੱਚ ਨਿਵ ਚੰਦਨਾ ਦਾ ਅਰਥ ਹੈ ਝੁਕਣਾ, ਨਿਮਰਤਾ, ਪ੍ਰੇਮ ਵਿੱਚ ਆਉਣਾ। ਗੁਰ ਸਿੱਖ ਵਿਸਿੱਖ ਹੈ। ਵਿਸਿੱਖ ਦਾ ਅਰਥ ਹੈ, ਗੁਰ ਸਿੱਖ ਦਾ ਅਰਥ ਹੈ ਉਹ ਸਿੱਖ ਜਿਹੜਾ ਹੁਣ ਕੱਲਾ ਸਿੱਖ ਨਹੀਂ,
ਉਹਦੇ ਨਾਲ ਗੁਰੂ ਪਲੱਸ ਹੋ ਗਿਆ। ਗੁਰਸਿੱਖ ਦਾ ਮਤਲਬ ਆਪਾਂ ਸਿੱਖ ਬਣ ਕੇ ਆਉਂਦੇ ਹਾਂ ਗੁਰੂ, ਪਰ ਆਪਾਂ ਗੁਰੂ ਨੂੰ ਨਾਲ ਲੈ ਕੇ ਤੁਰਨਾ, ਫਿਰ ਗੁਰਸਿੱਖ ਹੋਵਾਂਗੇ। ਯਾਨੀ ਕਿ ਸਰੀਰ ਤਾਂ ਸਿੱਖ ਦਾ ਹੈ, ਜਦੋਂ ਇਹ ਸਰੀਰ ਦੇ ਉੱਤੇ ਗੁਰੂ ਦਾ ਬਖਸ਼ਿਸ਼ ਆ ਗਈ, ਦੋ ਚੀਜ਼ਾਂ ਮਿਲ ਗਈਆਂ, ਬਾਣਾ ਤੇ ਬਾਣੀ, ਉਦੋਂ ਗੁਰੂ ਪਲੱਸ ਸਿੱਖ ਡਬਲ ਹੋ ਗਿਆ। ਇਸ ਕਰਕੇ ਇਹ ਤਿੰਨ ਚੀਜ਼ਾਂ ਨੇ, ਪਰਮਾਤਮਾ, ਗੁਰੂ ਤੇ ਸਿੱਖ। ਸਿੱਖ ਸਭ ਤੋਂ ਨੀਵਾਂ, ਸਭ ਤੋਂ ਉੱਚੇ ਪਰਮਾਤਮਾ, ਦੂਜੇ ਨੰਬਰ ਤੇ ਗੁਰੂ। ਪਰ ਵੇਖੋ ਬਹੁਤੀਆਂ ਬਰਕਤਾਂ ਸਿੱਖ ਨੂੰ ਦਿੱਤੀਆਂ। ਸਿੱਖ ਕੋਲ ਤਿੰਨ ਰੈਂਕ ਇਕੱਠੇ ਨੇ, ਉਹ ਪਰਮਾਤਮਾ ਦਾ ਰੂਪ ਵੀ ਹੋ ਗਿਆ, ਉਹਦੇ ਕੋਲ ਗੁਰੂ ਦਾ ਰੂਪ ਵੀ ਹੈ ਤੇ ਉਹ ਸਿੱਖ ਵੀ ਹੈ। ਤਿੰਨ ਨੇ ਉਹਦੇ ਕੋਲ। ਗੁਰੂ ਕੋਲ ਦੋ, ਇੱਕ ਉਹ ਪਰਮਾਤਮਾ ਦਾ ਰੂਪ ਹੈ, ਇੱਕ ਉਹ ਗੁਰੂ ਹੈ। ਪਰਮਾਤਮਾ ਇਕੱਲਾ ਹੀ ਪਰਮਾਤਮਾ ਹੈ। ਆ ਸਤਿਗੁਰੂ ਕਹਿੰਦੇ ਨੇ ਨਾ, ਮੈਂ ਰੱਬ ਦੇ ਦਰ ਗਿਆ, ਗੁਰੂ ਨਾਨਕ ਸਾਹਿਬ, ਤੇ ਉਹਦੇ ਵੱਲੋਂ ਆਵਾਜ਼ ਆਈ ਵੀ ਨਾਨਕ ਮੇਰਾ ਨਾਮ ਪਰਮੇਸ਼ਰ, ਮੇਰਾ ਸਿਰਫ ਨਾਮ ਪਰਮੇਸ਼ਰ ਹੈ ਇਕੱਲਾ, ਪਰ ਤੇਰਾ ਨਾਮ ਗੁਰੂ ਪਰਮੇਸ਼ਰ। ਤੂੰ ਦੋ ਕਰ ਲੈ ਇਕੱਠੇ, ਤੂੰ ਗੁਰੂ ਵੀ ਹੈ ਤੇ ਪਰਮੇਸ਼ਰ ਵੀ ਹੈ। ਗੁਰੂ ਦਾ ਮਤਲਬ ਜੋ ਸੰਸਾਰ ਨਾਲ ਵੀ ਗੱਲ ਕਰਦਾ। ਤੇ ਜਦੋਂ ਕੋਈ ਸਿੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ ਤੇ ਸਤਿਗੁਰੂ ਕਹਿੰਦੇ, ਸਿੱਖਾ ਮੈਂ ਇਕੱਲਾ ਗੁਰੂ ਹਾਂ ਤੇ ਤੂੰ ਗੁਰਸਿੱਖ ਹੈ, ਤੇਰੇ ਵਿੱਚ ਗੁਰੂ ਵਾਲੇ ਵੀ ਗੁਣ ਨੇ, ਸਿੱਖ ਵਾਲੇ ਵੀ, ਦੋ ਇਕੱਠੇ ਕਰਦੇ। ਇਸ ਕਰਕੇ ਗੁਰਸਿੱਖ ਵਿਸਿੱਖ ਹੈ, ਉਹ ਵਿਸ਼ੇਸ਼ ਸ਼ਖਸੀਅਤ ਹੈ ਇਸ ਧਰਤੀ ਦੀ ਸੰਪੂਰਨ। ਜਿਹੜਾ ਸਿੱਖ ਤੇ ਗੁਰੂ ਦੇ ਹੁਕਮ ਵਿੱਚ ਤੁਰਨ ਲੱਗ ਪਏ ਤਾਂ ਕਿਛ ਘਾਲ ਪਵੈ ਦਰ ਲਿਖ ਹੈ। ਪਰਮਾਤਮਾ ਦੇ ਦਰ ਤੇ ਉਸ ਦਿਨ ਇਹ ਸਾਰੀ ਜਿਹੜੀ ਘਾਲਣਾ ਹੈ ਲੇਖੇ ਵਿੱਚ ਪੈਂਦੀ, ਉਹਦੇ ਦਰ ਤੇ ਪ੍ਰਵਾਨ ਹੋ ਜਾਂਦੀ। ਇਹਨਾਂ ਪੌੜੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਭਰਮਣ ਦੀ ਵਿਆਖਿਆ ਭਾਈ ਗੁਰਦਾਸ ਜੀ ਕਰ ਰਹੇ ਨੇ। ਆਉਂਦੇ ਦਿਨਾਂ ਵਿੱਚ ਆਪਾਂ ਇਸੇ ਤਰ੍ਹਾਂ ਵਾਰੀ ਸਿਰ ਪੌੜੀਆਂ ਕਰਦੇ ਰਹਾਂਗੇ। ਸੋ ਆਪ ਸੰਗਤ ਦਾ ਬਹੁਤ, ਜਿਨ੍ਹਾਂ ਨੇ ਬੜੇ ਪਿਆਰ ਸਹਿਤ ਇਹ ਸਾਰਾ ਵਿਚਾਰ ਸਰਵਣ ਕੀਤੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦਾ ਸ਼ੁਕਰਾਨਾ। ਅਗਲਾ ਪ੍ਰੋਗਰਾਮ ਆਪ ਜੀ ਨੂੰ ਭਾਈ ਸਾਹਿਬ ਦੱਸਣਗੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।